ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਆਪ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਕਾਨੜੇ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 9 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 10ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1316 ਤੇ ਅੰਕਿਤ ਹੈ। ਸ਼ਲੋਕ ਮਹਿਲਾ ਚੌਥਾ। ਰਾਮ ਨਾਮ ਰਮ ਰਵ ਰਹੇ, ਰਮ ਰਾਮੂ ਰਾਮ ਰਮੀਤ। ਇਸ ਪੰਕਤੀ ਦਾ ਪਾਠ ਐਵੇਂ ਕਰਨਾ ਹੈ। ਰਾਮ ਨਾਮ ਰਮ ਰਵ ਰਹੇ, ਰਮ ਰਾਮੂ ਰਾਮ ਰਮੀਤ। ਇੱਥੇ ਜੋ ਰਾਮ ਨਾਮ ਦੇ ਅੱਗੇ ਰਮ ਸ਼ਬਦ ਹੈ, ਰਮ ਦੇ ਮੰਮੇ ਥੱਲੇ ਔਂਕੜ ਲੱਗਾ ਹੋਇਆ ਹੈ। ਇਹਦਾ ਮਤਲਬ ਹੈ ਸਿਮਰ, ਯਾਨੀ ਯਾਦ ਕਰ। ਰਾਮ ਨਾਮ ਰਮ ਦਾ ਮਤਲਬ, ਨਾਮ ਦਾ ਮਤਲਬ ਹੁਕਮ, ਰਮ ਦਾ ਮਤਲਬ ਯਾਦ ਕਰ। ਵਿਆਪਕ ਪ੍ਰਭੂ ਦੇ ਹੁਕਮ ਨੂੰ ਆਪਣੇ ਚੇਤੇ ਦੇ ਅੰਦਰ ਰੱਖ। ਰਵ ਰਹੇ ਦਾ ਮਤਲਬ ਜੋ ਵਿਆਪਕ ਹੈ। ਰਮ ਰਾਮੂ ਰਾਮ ਰਮੀਤ, ਰਮੀਤ ਦਾ ਮਤਲਬ ਜੋ ਰਮਿਆ ਹੋਇਆ ਹੈ, ਤੇ ਰਮ ਦਾ ਮਤਲਬ ਦੁਬਾਰਾ ਫਿਰ ਉਹਨੂੰ ਯਾਦ ਕਰ। ਤਾਂ ਸਾਰੀ ਪੰਕਤੀ ਦਾ ਅਰਥ ਇਸ ਤਰ੍ਹਾਂ ਹੋਏਗਾ, ਹੇ ਭਾਈ ਉਸ ਪ੍ਰਭੂ ਦੇ ਹੁਕਮ ਨੂੰ ਹਮੇਸ਼ਾ ਯਾਦ ਰੱਖ, ਸਦਾ ਯਾਦ ਰੱਖ, ਜੋ ਹਰ ਥਾਂ ਰਮਿਆ ਹੋਇਆ ਹੈ, ਜੋ ਹਰ ਥਾਂ ਵਿਆਪਕ ਹੈ। ਉਸ ਪ੍ਰਭੂ ਦੇ ਹੁਕਮ ਨੂੰ ਹਮੇਸ਼ਾ ਯਾਦ ਰੱਖ। ਇਹ ਚੀਜ਼ ਨੂੰ ਯਾਦ ਦੇ ਅੰਦਰ ਰੱਖ ਕਿ ਹਰ ਥਾਂ ਦੇ ਉੱਤੇ ਰੱਬੀ ਹੁਕਮ ਹੈ, ਹਰ ਸ਼ੈ ਰੱਬੀ ਹੁਕਮ ਦੇ ਅੰਦਰ ਕੰਮ ਕਰ ਰਹੀ ਹੈ। ਘਟ ਘਟ ਆਤਮ ਰਾਮ ਹੈ, ਪ੍ਰਭ ਖੇਲ ਕੀਓ ਰੰਗ ਰੀਤ। ਘਟ ਘਟ ਦਾ ਮਤਲਬ ਹਰੇਕ ਸਰੀਰ ਵਿੱਚ, ਆਤਮ ਰਾਮ ਦਾ ਮਤਲਬ ਹੈ ਅਕਾਲ ਪੁਰਖ ਪ੍ਰਭੂ। ਘਟ ਘਟ ਆਤਮ ਰਾਮ ਹੈ ਦਾ ਮਤਲਬ ਕਿ ਹਰ ਸਰੀਰ ਦੇ ਅੰਦਰ ਪ੍ਰਭੂ ਆਪ ਰਮਿਆ ਹੋਇਆ ਹੈ। ਖੇਲ ਕੀਓ ਦਾ ਮਤਲਬ ਇਹ ਸੰਸਾਰ ਰੂਪ ਰਚਨਾ ਰਚੀ ਹੈ। ਰੰਗ ਰੀਤ, ਰੀਤ ਦਾ ਮਤਲਬ ਆਪਣੇ ਢੰਗ ਦੇ ਨਾਲ, ਤੇ ਰੰਗ ਦਾ ਮਤਲਬ ਆਪਣੇ ਰੰਗ ਵਿੱਚ, ਯਾਨੀ ਆਪਣੀ ਮੌਜ ਵਿੱਚ। ਤਾਂ ਗੁਰੂ ਜੀ ਕਹਿੰਦੇ ਨੇ ਜੋ ਪ੍ਰਭੂ ਹਰ ਸਰੀਰ ਵਿੱਚ ਮੌਜੂਦ ਹੈ, ਜਿਸ ਨੇ ਆਪਣੀ ਮੌਜ ਵਿੱਚ ਯਾਨੀ ਆਪਣੀ ਰਜ਼ਾ ਵਿੱਚ ਆਪਣੇ ਹੀ ਢੰਗ ਦੇ ਨਾਲ ਇਹ ਜਗਤ ਖੇਲ ਰਚਿਆ ਹੈ, ਉਸ ਪ੍ਰਭੂ, ਉਹ ਪ੍ਰਭੂ ਜੋ ਹਰ ਸਰੀਰ ਵਿੱਚ ਮੌਜੂਦ ਹੈ, ਹਰ ਥਾਂ ਤੇ ਰਮਿਆ ਹੋਇਆ ਹੈ, ਜਿਸ ਨੇ ਆਪਣੀ ਮੌਜ ਅੰਦਰ ਆਪਣੇ ਹੀ ਢੰਗ ਦੇ ਨਾਲ ਇਹ ਜਗਤ ਖੇਲ ਬਣਾਇਆ ਹੈ, ਉਸ ਪ੍ਰਭੂ ਦੇ ਹੁਕਮ ਨੂੰ ਹਮੇਸ਼ਾ ਯਾਦ ਰੱਖ, ਚੇਤੇ ਰੱਖ। ਹਰ ਨਿਕਟ ਵਸੈ ਜਗ ਜੀਵਨਾ, ਪ੍ਰਗਾਸ ਕੀਓ ਗੁਰਮੀਤ। ਨਿਕਟ ਵਸੈ ਦਾ ਮਤਲਬ ਨੇੜੇ ਵਸਦਾ ਹੈ। ਜਗਜੀਵਨਾ ਦਾ ਮਤਲਬ ਜਗਤ ਦੀ ਜ਼ਿੰਦਗੀ ਦਾ ਸਹਾਰਾ, ਜਗਤ ਦੇ ਜੀਵਾਂ ਨੂੰ ਜੀਵਨ ਦੇਣ ਵਾਲਾ। ਪ੍ਰਗਾਸ ਕੀਓ ਦਾ ਮਤਲਬ ਚਾਨਣਾ ਕੀਤਾ, ਸੂਝ ਬੂਝ ਬਖਸ਼ੀ। ਗੁਰਮੀਤ ਦਾ ਮਤਲਬ ਗੁਰੂ ਰੂਪ ਮਿੱਤਰ ਨੇ। ਹਰ ਨਿਕਟ ਵਸੈ ਜਗਜੀਵਨਾ, ਗੁਰੂ ਜੀ ਕਹਿੰਦੇ ਨੇ ਪ੍ਰਭੂ ਹਰ ਇਨਸਾਨ ਦੇ ਨੇੜੇ ਵਸਦਾ ਹੈ, ਪ੍ਰਭੂ ਹਰ ਸਰੀਰ ਦੇ ਅੰਦਰ ਵਸ ਰਿਹਾ ਹੈ। ਪਰ ਇਸ ਚੀਜ਼ ਦੀ ਸਮਝ ਕਿਹਨੂੰ ਆਉਂਦੀ ਹੈ? ਪ੍ਰਗਾਸ ਕੀਓ ਗੁਰਮੀਤ, ਜਿਸ ਨੂੰ ਗੁਰੂ ਮਿੱਤਰ ਨੇ ਸੂਝ ਬਖਸ਼ੀ, ਜਿਸ ਦੇ ਅੰਦਰ ਗੁਰੂ ਮਿੱਤਰ ਨੇ ਚਾਨਣਾ ਕੀਤਾ, ਯਾਨੀ ਗਿਆਨ ਦੀ ਦਾਤ ਦਿੱਤੀ, ਉਹਨੂੰ ਇਸ ਚੀਜ਼ ਦੀ ਸਮਝ ਆ ਜਾਂਦੀ ਹੈ। ਉਹ ਇਸ ਚੀਜ਼ ਨੂੰ ਸਮਝ ਲੈਂਦਾ ਹੈ ਕਿ ਰੱਬ ਹਰ ਸਰੀਰ ਦੇ ਅੰਦਰ ਹੈ, ਸਾਰਿਆਂ ਦੇ ਨੇੜੇ ਹੈ, ਉਹਦਾ ਹੁਕਮ ਸੰਸਾਰ ਅੰਦਰ ਕੰਮ ਕਰ ਰਿਹਾ ਹੈ। ਉਸ ਪ੍ਰਭੂ ਨੇ ਆਪਣੀ ਮੌਜ ਦੇ ਅੰਦਰ ਹੀ ਇਹ ਰਚਨਾ ਰਚੀ ਹੈ, ਜਗਤ ਦੇ ਕਣ ਕਣ ਦੇ ਅੰਦਰ ਸਮਾਇਆ ਹੈ। ਦਿਸਦਾ ਜਗਤ ਉਸ ਪ੍ਰਭੂ ਦਾ ਹੀ ਰੂਪ ਹੈ। ਇਸ ਚੀਜ਼ ਦੀ ਸਮਝ ਉਹਨੂੰ ਆ ਜਾਂਦੀ ਹੈ ਜਿਹਨੂੰ ਗੁਰੂ ਗਿਆਨ ਦੀ ਦਾਤ ਦਿੰਦਾ ਹੈ। ਯਾਨੀ ਜੇ ਅਸੀਂ ਗੁਰੂ ਦੇ ਦੱਸੇ ਰਾਹ ਤੇ ਚੱਲੀਏ, ਗੁਰਬਾਣੀ ਅਨੁਸਾਰ ਅਸੀਂ ਜ਼ਿੰਦਗੀ ਜੀਵੀਏ, ਤਾਂ ਸਾਨੂੰ ਇਸ ਚੀਜ਼ ਦੀ ਸਮਝ ਆ ਸਕਦੀ ਹੈ ਔਰ ਅਸੀਂ ਐਸੀ ਜ਼ਿੰਦਗੀ ਜੀ ਸਕਦੇ ਹਾਂ। ਹਰ ਸੁਆਮੀ ਹਰ ਪ੍ਰਭ ਤਿਨ ਮਿਲੇ, ਜਿਨ ਲਿਖਿਆ ਧੁਰ ਹਰ ਪ੍ਰੀਤ। ਧੁਰ ਦਾ ਮਤਲਬ ਧੁਰ ਤੋਂ, ਸੁਆਮੀ ਪ੍ਰਭੂ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਮੱਥੇ ਤੇ ਧੁਰ ਤੋਂ ਹੀ ਹਰੀ ਦੀ ਪ੍ਰੀਤ ਦੇ ਲੇਖ ਲਿਖੇ ਨੇ। ਧੁਰ ਤੋਂ ਦਾ ਮਤਲਬ ਸ਼ੁਰੂ ਤੋਂ,
ਜਿਨ੍ਹਾਂ ਦੇ ਮਸਤਕ ਤੇ ਹਰੀ ਦੀ ਪ੍ਰੀਤ ਦੇ ਲੇਖ ਲਿਖੇ ਨੇ, ਹਰੀ ਸੁਆਮੀ ਉਹਨਾਂ ਨੂੰ ਮਿਲਦਾ ਹੈ। ਹੁਣ ਲੇਖ ਲਿਖੇ ਦਾ ਮਤਲਬ ਇਹ ਨਹੀਂ ਕਿ ਰੱਬ ਨੇ ਲੇਖ ਲਿਖ ਕੇ ਭੇਜਿਆ ਕਿ ਇਹ ਬੰਦਾ ਮਿਲੇਗਾ ਤੇ ਇਹ ਨਹੀਂ ਮਿਲੇਗਾ। ਜੇ ਤੇ ਐਵੇਂ ਹੋਵੇ ਫਿਰ ਤਾਂ ਅਸੀਂ ਕਦੇ ਮਿਲ ਹੀ ਨਹੀਂ ਸਕਾਂਗੇ, ਕਿਉਂਕਿ ਮੇਰੇ ਮਸਤਕ ਤੇ ਰੱਬ ਨੇ ਲਿਖ ਦਿੱਤਾ ਵੀ ਇਹ ਮਿਲ ਹੀ ਨਹੀਂ ਸਕਦਾ, ਤੇ ਦੂਜੇ ਨੂੰ ਲਿਖ ਦਿੱਤਾ ਕਿ ਉਹ ਮਿਲ ਸਕਦਾ ਹੈ, ਫਿਰ ਉਹਨੂੰ ਆਪਣੇ ਵੱਖਰੇ ਯਤਨ ਕਰਨ ਦੀ ਵੀ ਜ਼ਰੂਰਤ ਨਹੀਂ ਨਾ ਪੈਣੀ। ਇਸ ਲਈ ਲੇਖ ਬਾਰੇ ਅਸੀਂ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ, ਲੇਕਿਨ ਫਿਰ ਵੀ ਇਹ ਗੱਲਾਂ ਰਿਪੀਟ ਕਰਨ ਦੀ ਜ਼ਰੂਰਤ ਹੈ, ਜਿਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਦੀ ਠੀਕ ਤਰ੍ਹਾਂ ਸਮਝ ਪੈ ਜਾਏ ਔਰ ਅਸੀਂ ਇਹਨਾਂ ਚੀਜ਼ਾਂ ਤੇ ਅਮਲ ਕਰਕੇ ਕੁਝ ਲਾਹਾ ਲੈ ਸਕੀਏ। ਲੇਖ ਉਹੀ ਲਿਖੇ ਜਾਂਦੇ ਨੇ ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਸਾਡੇ ਅੰਦਰ ਨਿਊਰੋਨਲ ਪੈਟਰਨ ਬਣਦੇ ਨੇ, ਸਾਡਾ ਸੁਭਾਅ ਬਣ ਜਾਂਦਾ ਹੈ। ਤਾਂ ਜਿਨ੍ਹਾਂ ਨੇ ਆਪਣੀ ਪ੍ਰਭੂ ਦੀ ਪ੍ਰੀਤ ਦੇ ਲੇਖ ਲਿਖੇ ਨੇ ਉਹਨਾਂ ਨੂੰ ਪ੍ਰਭੂ ਮਿਲ ਜਾਂਦਾ ਹੈ, ਤੇ ਜਿਨ੍ਹਾਂ ਨੇ ਰੱਬ ਤੋਂ ਦੂਰੀ ਦੇ ਲੇਖ ਲਿਖ ਲੈਣੇ ਦੂਰ ਚਲੇ ਜਾਂਦੇ ਨੇ। ਜਿਵੇਂ ਹੁਣ ਅਸੀਂ ਜੇ ਆਪਣੀ ਮਿਸਾਲ ਲਈਏ ਤੇ ਅਸੀਂ ਸਾਰੇ ਵੀਰ ਭੈਣਾਂ ਸਾਡੇ ਅੰਦਰ ਪ੍ਰੀਤ ਦੇ ਲੇਖ ਨੇ ਤਾਂ ਅਸੀਂ ਕਲਾਸ ਵਿੱਚ ਆ ਜਾਂਦੇ ਹਾਂ, ਗੁਰਬਾਣੀ ਦੀ ਵਿਚਾਰ ਕਰਦੇ ਹਾਂ। ਤੇ ਜਿਨ੍ਹਾਂ ਦੇ ਅੰਦਰ ਭਾਈ ਹੋਰ ਜਿਨ੍ਹਾਂ ਨੇ ਵਿਚਾਰ ਆਪਣੇ ਅੰਦਰ ਬਣਾਏ ਨੇ, ਕਿਸੇ ਨੇ ਸ਼ਰਾਬ ਪੀਣੀ ਹੈ, ਬਾਹਰ ਜਾਣਾ ਹੈ, ਉਹ ਉਧਰ ਚਲਾ ਜਾਂਦਾ ਹੈ। ਜਿਹਨੇ ਆਪਣੇ ਅੰਦਰ ਗੁਰੂ ਦੀ ਪ੍ਰੀਤ ਬਣਾਈ ਉਹ ਗੁਰਦੁਆਰਾ ਸਾਹਿਬ ਚਲਾ ਗਿਆ। ਜਿਹਨੇ ਆਪਣੇ ਅੰਦਰ ਠੇਕੇ ਦੀ ਪ੍ਰੀਤ ਲਿਖੀ ਉਹ ਠੇਕੇ ਤੇ ਚਲਾ ਗਿਆ। ਜਿਹਨੇ ਆਪਣੇ ਅੰਦਰ ਸੱਚ ਬੋਲਣ ਦੇ ਲੇਖ ਲਿਖੇ ਕਿ ਮੈਂ ਸੱਚ ਬੋਲਣਾ ਹੈ, ਉਹ ਲੋਕ ਸੱਚ ਬੋਲੀ ਜਾਂਦੇ ਨੇ। ਜਿਨ੍ਹਾਂ ਨੇ ਆਪਣੇ ਅੰਦਰ ਝੂਠ ਵਾਲੀ ਬਿਰਤੀ ਪੈਦਾ ਕਰ ਲਈ ਉਹ ਝੂਠ ਬੋਲੀ ਜਾਂਦੇ ਨੇ। ਇਹ ਸਭ ਕੁਝ ਰੱਬੀ ਹੁਕਮ ਦੇ ਅੰਦਰ ਹੈ। ਤਾਂ ਗੁਰੂ ਜੀ ਕਹਿੰਦੇ ਨੇ ਹਰੀ ਸੁਆਮੀ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਅੰਦਰ ਧੁਰ ਤੋਂ ਹੀ, ਸ਼ੁਰੂ ਤੋਂ ਹੀ ਪ੍ਰਭੂ ਦੀ ਪ੍ਰੀਤ ਦੇ ਲੇਖ ਲਿਖੇ ਨੇ, ਸੰਸਕਾਰ ਪੈਦਾ ਹੋਏ ਨੇ। ਜਨ ਨਾਨਕ ਨਾਮ ਧਿਆਇਆ, ਗੁਰ ਬਚਨ ਜਪਿਓ ਮਨ ਚੀਤ। ਗੁਰ ਬਚਨ ਦਾ ਮਤਲਬ ਗੁਰੂ ਦੇ ਬਚਨਾਂ ਦੀ ਰਾਹੀਂ, ਮਨ ਚੀਤ ਦਾ ਮਤਲਬ ਮਨ ਵਿੱਚ ਔਰ ਚਿੱਤ ਵਿੱਚ। ਨਾਮ ਧਿਆਇਆ, ਧਿਆਇਆ ਦਾ ਮਤਲਬ ਧਿਆਨ ਧਰਨਾ, ਨਾਮ ਦਾ ਮਤਲਬ ਪ੍ਰਭੂ ਦਾ ਹੁਕਮ। ਹੁਣ ਪ੍ਰਭੂ ਦੇ ਹੁਕਮ ਨੂੰ ਕਿਸ ਨੇ ਧਿਆਨ ਵਿੱਚ ਰੱਖਿਆ ਹੈ, ਜਾਂ ਕਿਸ ਨੇ ਆਪਣਾ ਧਿਆਨ ਪ੍ਰਭੂ ਦੇ ਹੁਕਮ ਵਿੱਚ ਲਗਾਇਆ ਹੈ, ਜਾਂ ਇੰਜ ਕਹਿ ਲਓ ਕਿ ਕੌਣ ਬੰਦਾ ਹੈ, ਕੌਣ ਇਸਤਰੀ ਪੁਰਸ਼ ਹੈ ਜੋ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ। ਅਸਲ ਤੌਰ ਤੇ ਨਾਮ ਕਿਸ ਨੇ ਧਿਆਇਆ ਹੈ, ਹੁਕਮ ਵਿੱਚ ਕੌਣ ਤੁਰਿਆ ਹੈ, ਪ੍ਰਭੂ ਦੇ ਨਾਲ ਪ੍ਰੀਤ ਕਿਸ ਦੀ ਹੈ, ਇਹਦਾ ਫੈਸਲਾ ਕਿਵੇਂ ਹੋਵੇ, ਕਿਵੇਂ ਪਤਾ ਲੱਗੇ। ਤਾਂ ਗੁਰੂ ਜੀ ਦੇਖੋ ਕਿੰਨਾ ਪਿਆਰਾ ਸਾਨੂੰ ਬਚਨ ਦੱਸ ਰਹੇ ਨੇ ਕਿ ਅਸਲ ਦੇ ਅੰਦਰ ਉਹਨਾਂ ਨੇ ਨਾਮ ਦੇ ਨਾਲ ਧਿਆਨ ਜੋੜਿਆ ਹੈ। ਗੁਰ ਬਚਨ ਜਪਿਓ ਮਨ ਚੀਤ। ਜਪਿਓ ਦਾ ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਸਾਂਝ ਪਾਣਾ। ਗੁਰ ਬਚਨ ਦਾ ਮਤਲਬ ਗੁਰੂ ਦੇ ਬਚਨ ਦੇ ਰਾਹੀਂ, ਗੁਰੂ ਦੇ ਬਚਨਾਂ ਰਾਹੀਂ ਜਿਨ੍ਹਾਂ ਨੇ ਮਨ ਵਿੱਚ, ਚਿੱਤ ਵਿੱਚ ਪ੍ਰਭੂ ਦੇ ਗੁਣਾਂ ਨੂੰ ਵਸਾਇਆ ਹੈ, ਅਸਲ ਦੇ ਅੰਦਰ ਉਹ ਲੋਕ ਨਾਮ ਜਪ ਰਹੇ ਨੇ, ਉਹ ਲੋਕ ਨਾਮ ਧਿਆ ਰਹੇ ਨੇ, ਉਹ ਲੋਕ ਭਗਤੀ ਕਰ ਰਹੇ ਨੇ, ਬੰਦਗੀ ਕਰ ਰਹੇ ਨੇ, ਜਾਂ ਧਰਮ ਦੀ ਜ਼ਿੰਦਗੀ ਜੀ ਰਹੇ ਨੇ। ਇਹਦਾ ਮਤਲਬ ਕਿ ਗੁਰੂ ਦੇ ਬਚਨਾਂ ਮੁਤਾਬਕ ਜ਼ਿੰਦਗੀ ਜੀਣੀ ਹੀ ਪ੍ਰਭੂ ਦੀ ਭਗਤੀ ਹੈ, ਪ੍ਰਭੂ ਦਾ ਸਿਮਰਨ ਹੈ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਰਾਹੀਂ, ਗੁਰੂ ਦੇ ਰਸਤੇ ਤੇ ਤੁਰ ਕੇ ਮਨ ਵਿੱਚ, ਚਿੱਤ ਵਿੱਚ ਪ੍ਰਭੂ ਦੇ ਹੁਕਮ ਨੂੰ ਵਸਾਇਆ ਹੈ, ਅਸਲ ਦੇ ਅੰਦਰ ਉਹ ਲੋਕ ਨੇ ਜੋ ਅਸਲ ਨਾਮ ਨਾਲ, ਹੁਕਮ ਦੇ ਨਾਲ ਜੁੜੇ ਹੋਏ ਨੇ। ਯਾਨੀ ਉਹਨਾਂ ਦੀ ਨਿਸ਼ਾਨੀ ਇਹ ਹੈ, ਮੁੱਖ ਦੀ ਗੱਲ, ਕਿ ਉਹ ਗੁਰੂ ਦੇ ਬਚਨਾਂ ਅਨੁਸਾਰ ਜ਼ਿੰਦਗੀ ਜੀ ਰਹੇ ਨੇ। ਸੌਖੇ ਲਫ਼ਜ਼ਾਂ ਵਿੱਚ ਕਹੀਏ ਤਾਂ ਇਹ ਕਹਿ ਸਕਦੇ ਹਾਂ, ਜਿਨ੍ਹਾਂ ਨੇ ਗੁਰਬਾਣੀ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਇਆ ਹੈ, ਉਹ ਰੱਬੀ ਹੁਕਮ ਦੇ ਅੰਦਰ ਚੱਲ ਰਹੇ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਮਹਿਲਾ ਚੌਥਾ। ਹਰ ਪ੍ਰਭ ਸੱਜਣ ਲੋੜ ਲਹੋ, ਭਾਗ ਵਸੈ ਵੱਡ ਭਾਗ। ਲੋੜ ਲਹੋ ਦਾ ਮਤਲਬ ਲੱਭ ਲਵੋ, ਭਾਗ ਦਾ ਮਤਲਬ ਭਾਗ ਨਾਲ, ਵੱਡ ਭਾਗ ਦਾ ਮਤਲਬ ਵੱਡੇ ਭਾਗਾਂ ਦੇ ਨਾਲ। ਗੁਰੂ ਦੀ ਸ਼ਰਨ ਪੈ ਕੇ ਮਿੱਤਰ ਪ੍ਰਭੂ ਨੂੰ ਲੱਭੋ। ਹਰ ਪ੍ਰਭ ਸੱਜਣ ਲੋੜ ਲਹੋ, ਹਰੀ ਦਾ ਮਿਲਾਪ ਹਾਸਲ ਕਰੋ, ਰੱਬ ਨੂੰ ਲੱਭੋ। ਭਾਗ ਵਸੈ ਵੱਡ ਭਾਗ, ਪਰ ਵੱਡੀ ਕਿਸਮਤ ਦੇ ਨਾਲ, ਵੱਡੇ ਭਾਗਾਂ ਦੇ ਨਾਲ ਬੰਦੇ ਦੇ ਮਨ ਵਿੱਚ, ਹਿਰਦੇ ਵਿੱਚ ਆਵਸਥਾ ਹੈ। ਵੱਡੀ ਕਿਸਮਤ, ਵੱਡੇ ਭਾਗ ਨਾਲ ਪ੍ਰਭੂ ਮਨ ਦੇ ਅੰਦਰ ਵਸ ਜਾਂਦਾ ਹੈ। ਖੋਜ ਲੋ ਦਾ ਮਤਲਬ ਉਹਨੂੰ ਲੱਭੋ। ਇਹਦਾ ਮਤਲਬ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਆਵਸਿਆ ਨਾ, ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਨੇ। ਇਹ ਆਪਾਂ ਗੱਲ ਬਹੁਤ ਵਾਰੀ ਕਰ ਚੁੱਕੇ ਹਾਂ ਕਿ ਦੋ ਰਾਹ ਨੇ, ਇੱਕ ਮਾੜੀ ਕਿਸਮਤ ਦਾ ਔਰ ਇੱਕ ਚੰਗੀ ਕਿਸਮਤ ਦਾ, ਇੱਕ ਖੁਸ਼ਕਿਸਮਤ, ਇੱਕ ਬਦਕਿਸਮਤ। ਤੇ ਚੋਣ ਸਾਡੀ ਆਪਣੀ ਹੈ
ਕਿ ਅਸੀਂ ਖੁਸ਼ਕਿਸਮਤੀ ਚੁਣਾਂਗੇ ਜਾਂ ਬਦਕਿਸਮਤੀ ਚੁਣਾਂਗੇ। ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਰੱਬੀ ਗੁਣਾਂ ਦੇ ਧਾਰਨੀ ਹੋਣਾ ਇਹ ਵਡਭਾਗ ਦੀ ਨਿਸ਼ਾਨੀ ਹੈ, ਔਰ ਆਪ ਹੁਦਰੇ ਵਾਲੀ ਜ਼ਿੰਦਗੀ ਜੀ ਕੇ ਔਗਣਾਂ ਦੇ ਧਾਰਨੀ ਹੋ ਜਾਣਾ ਇਹ ਬਦਕਿਸਮਤੀ ਦੀ ਨਿਸ਼ਾਨੀ ਹੈ। ਹੁਣ ਚੋਣ ਬੰਦੇ ਦੀ ਆਪਣੀ ਹੈ, ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਭਾਈ, ਹਰੀ ਪ੍ਰਭੂ ਸੱਜਣ ਨੂੰ ਲੱਭੋ, ਉਹ ਵੱਡੇ ਭਾਗਾਂ ਨਾਲ ਉਦਮ ਦੇ ਨਾਲ ਮਨ ਦੇ ਅੰਦਰ ਆ ਕੇ ਵਸਦਾ ਹੈ। ਯਾਨੀ ਉਹ ਖੁਸ਼ਕਿਸਮਤ ਨੇ ਜਿਨ੍ਹਾਂ ਦੀ ਸੋਚ ਅੰਦਰ ਰੱਬੀ ਗੁਣ ਵਸੇ ਨੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਰੱਬ ਨੂੰ ਲੱਭੇਗਾ ਕੌਣ, ਵੱਡੇ ਭਾਗਾਂ ਵਾਲਾ ਹੋਏਗਾ ਕੌਣ, ਵੱਡੇ ਭਾਗਾਂ ਵਾਲੇ ਕਿਵੇਂ ਬਣੀਏ, ਰੱਬ ਦੇ ਦਰਸ਼ਨ ਕਿਵੇਂ ਹੋਣ। ਤਾਂ ਗੁਰੂ ਜੀ ਅਗਲੀ ਪੰਕਤੀ ਵਿੱਚ ਇਹਦਾ ਨਿਰਣਾ ਦੇ ਰਹੇ ਨੇ, ਗੁਰ ਪੂਰੈ ਦੇਖਾਲਿਆ ਨਾਨਕ ਹਰ ਲਿਵ ਲਾਗ। ਗੁਰਪੂਰੇ ਦਾ ਮਤਲਬ ਪੂਰੇ ਗੁਰੂ ਨੇ, ਦੇਖਾਲਿਆ ਦਾ ਮਤਲਬ ਦਰਸ਼ਨ ਕਰਾ ਦਿੱਤਾ, ਲਿਵ ਲਾਗ ਦਾ ਮਤਲਬ ਲਗਨ ਲੱਗ ਗਈ। ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪ੍ਰਭੂ ਵਿਖਾ ਦਿੱਤਾ, ਉਹਦੀ ਸੁਰਤ ਹਰ ਵੇਲੇ ਪ੍ਰਭੂ ਦੇ ਵਿੱਚ ਜੁੜੀ ਰਹਿੰਦੀ ਹੈ, ਉਹਦੀ ਲਗਨ ਪ੍ਰਭੂ ਦੇ ਨਾਲ ਹਮੇਸ਼ਾ ਹਮੇਸ਼ਾ ਲੱਗੀ ਰਹਿੰਦੀ ਹੈ। ਕਿਹਦੀ ਲਗਨ ਲੱਗਦੀ ਹੈ? ਜਿਹਨੂੰ ਪੂਰੇ ਗੁਰੂ ਨੇ ਦਰਸ਼ਨ ਕਰਾ ਦਿੱਤੇ, ਪੂਰੇ ਗੁਰੂ ਨੇ ਦਰਸ਼ਨ ਕਰਾ ਦਿੱਤੇ, ਉਹਦੀ ਲਗਨ ਫਿਰ ਹਮੇਸ਼ਾ ਉਹਦੇ ਵਿੱਚ ਲੱਗੀ ਰਹਿੰਦੀ ਹੈ। ਹੁਣ ਇਹ ਚੀਜ਼ ਥੋੜੀ ਜਿਹੀ ਸਮਝਣ ਵਾਲੀ ਹੈ ਕਿ ਗੁਰੂ ਨੇ ਦਰਸ਼ਨ ਕਰਾ ਦਿੱਤੇ ਕਿ ਇਹ ਰੱਬ ਹੈ, ਤੇ ਫਿਰ ਉਸ ਰੱਬ ਦੇ ਵਿੱਚ ਉਸ ਬੰਦੇ ਦੀ ਲਗਨ ਲੱਗੀ ਰਹੇਗੀ। ਤਾਂ ਗੁਰੂ ਜੀ ਸਾਨੂੰ ਰੱਬ ਦੇ ਦਰਸ਼ਨ ਕਿਵੇਂ ਕਰਾ ਰਹੇ ਨੇ? ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਸਾਰੇ ਦੇ ਸਾਰੇ ਰੱਬੀ ਗੁਣ ਨੇ। ਤਾਂ ਉਸ ਬੰਦੇ ਦੀ ਜੋ ਲਗਨ ਹੈ ਇਹਨਾਂ ਗੁਣਾਂ ਦੇ ਵਿੱਚ ਲੱਗੀ ਰਹੇਗੀ, ਪਹਿਲੀ ਗੱਲ। ਦੂਜੀ ਗੱਲ, ਇਹ ਵਿਸ਼ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਉਸ ਬੰਦੇ ਦੀ ਲਗਨ ਇਸ ਚੀਜ਼ ਦੇ ਅੰਦਰ ਲੱਗੀ ਰਹੇਗੀ ਕਿ ਇਹ ਦਿਸਦਾ ਜਗਤ ਹੀ ਰੱਬ ਦਾ ਰੂਪ ਹੈ, ਇਹ ਉਹਦੇ ਹੀ ਦਰਸ਼ਨ ਹੋ ਰਹੇ ਨੇ। ਤੀਜੀ ਗੱਲ, ਗੁਰੂ ਜੀ ਸਾਨੂੰ ਇਹ ਸਮਝਾ ਰਹੇ ਨੇ ਕਿ ਸਭ ਮਹਿ ਜੋਤ ਜੋਤ ਹੈ ਸੋਏ, ਉਹਦੀ ਲਗਨ ਇਸ ਚੀਜ਼ ਦੇ ਅੰਦਰ ਲੱਗੀ ਰਹੇਗੀ ਤੇ ਉਹ ਇਨਸਾਨ ਹਰ ਇਨਸਾਨ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਰੇਗਾ। ਤੇ ਕੌਣ ਕਰੇਗਾ? ਜਿਹਨੂੰ ਪੂਰੇ ਗੁਰੂ ਨੇ ਇਹ ਚੀਜ਼ਾਂ ਸਮਝਾ ਦਿੱਤੀਆਂ, ਜਿਸ ਨੂੰ ਪੂਰੇ ਗੁਰੂ ਤੋਂ ਇਸ ਚੀਜ਼ ਦਾ ਗਿਆਨ ਮਿਲ ਗਿਆ। ਤਾਂ ਗੁਰੂ ਜੀ ਕਹਿੰਦੇ ਨੇ, ਗੁਰਪੂਰੈ ਦੇਖਾਲਿਆ ਨਾਨਕ ਹਰ ਲਿਵ ਲਾਗ। ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪ੍ਰਭੂ ਦੇ ਦੀਦਾਰ ਕਰਾ ਦਿੱਤੇ, ਫਿਰ ਉਸ ਮਨੁੱਖ ਦੀ ਲਗਨ ਹਮੇਸ਼ਾ ਹੀ ਰੱਬੀ ਰਜ਼ਾ ਭਾਣੇ ਔਰ ਰੱਬੀ ਗੁਣਾ ਵਿੱਚ ਲੱਗੀ ਰਹਿੰਦੀ ਹੈ। ਪੌੜੀ, ਧੰਨ ਧੰਨ ਸੁਹਾਵੀ ਸਫਲ ਘੜੀ, ਜਿਤ ਹਰ ਸੇਵਾ ਮਨ ਭਾਣੀ। ਧੰਨ ਧੰਨ ਦਾ ਮਤਲਬ ਭਾਗਾਂ ਵਾਲੀ, ਮੁਬਾਰਕ। ਸੁਹਾਵੀ ਦਾ ਮਤਲਬ ਸੁਖਾਵੀ, ਸੋਹਣੀ। ਜਿਤ ਦਾ ਮਤਲਬ ਜਿਸ ਘੜੀ ਵਿੱਚ, ਭਾਣੀ ਦਾ ਮਤਲਬ ਪਿਆਰੀ ਲੱਗੀ। ਤਾਂ ਗੁਰੂ ਜੀ ਕਹਿੰਦੇ ਨੇ ਕਿ ਉਹ ਘੜੀ ਮਨੁੱਖ ਵਾਸਤੇ ਭਾਗਾਂ ਵਾਲੀ, ਸੋਹਣੀ ਔਰ ਸੁੰਦਰ ਹੈ। ਮਨੁੱਖਾ ਜੀਵਨ ਦਾ ਮਨੋਰਥ ਪੂਰਾ ਕਰਨ ਵਾਲੀ ਹੈ, ਜਿਸ ਵਿੱਚ ਮਨੁੱਖ ਨੂੰ ਆਪਣੇ ਮਨ ਵਿੱਚ ਪ੍ਰਭੂ ਦੀ ਸੇਵਾ ਭਗਤੀ ਚੰਗੀ ਲੱਗਦੀ ਹੈ। ਯਾਨੀ ਸਾਡੇ ਜੀਵਨ ਦਾ ਉਹ ਸਮਾਂ ਅਮੁੱਲਕ ਔਰ ਕੀਮਤੀ ਹੈ, ਸੁਹਾਵਣਾ ਹੈ, ਜਿਸ ਸਮੇਂ, ਜਿਸ ਘੜੀ, ਜਿਸ ਪਲ ਅੰਦਰ ਸਾਨੂੰ ਪ੍ਰਭੂ ਦੀ ਸੇਵਾ, ਪ੍ਰਭੂ ਦੇ ਗੁਣ ਚੰਗੇ ਲੱਗਣ। ਸੇਵਾ ਦਾ ਮਤਲਬ ਰੱਬੀ ਰਜ਼ਾ ਵਿੱਚ ਤੁਰਨਾ, ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ। ਜਿਸ ਸਮੇਂ ਸਾਡੇ ਅੰਦਰ ਇਹ ਸੋਚ ਪੈਦਾ ਹੁੰਦੀ ਹੈ, ਰੱਬੀ ਰਜ਼ਾ ਵਿੱਚ ਤੁਰਨਾ ਸ਼ੁਰੂ ਕਰਦੇ ਹਾਂ, ਜਿਸ ਸਮੇਂ ਅਸੀਂ ਰੱਬੀ ਗੁਣਾਂ ਵਾਲੀ ਜ਼ਿੰਦਗੀ ਜੀਣੀ ਆਰੰਭ ਕਰਦੇ ਹਾਂ, ਉਹ ਸਮਾਂ, ਉਹ ਘੜੀ, ਉਹ ਪਲ ਸੁਹਾਵਣੀ ਹੈ, ਧੰਤਾ ਯੋਗ ਹੈ। ਤਾਂ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਆਪਣੇ ਸਾਰੇ ਜੀਵਨ ਨੂੰ ਧੰਤਾ ਯੋਗ ਬਣਾ ਸਕਦੇ ਹਾਂ, ਹਰ ਘੜੀ ਹਰ ਪਲ ਨੂੰ ਸੁਹਾਵਣਾ ਬਣਾ ਸਕਦੇ ਹਾਂ। ਜੇ ਅਸੀਂ ਹਰ ਘੜੀ ਹਰ ਪਲ ਰੱਬੀ ਗੁਣਾਂ ਦੀ ਯਾਦ ਵਿੱਚ ਜੀਵੀਏ ਤਾਂ ਸਾਡੀ ਹਰ ਘੜੀ, ਸਾਡਾ ਹਰ ਪਲ ਵੀ ਸੁਹਾਵਣਾ ਹੋ ਸਕਦਾ ਹੈ। ਹਰ ਕਥਾ ਸੁਣਾਵਹੁ ਮੇਰੇ ਗੁਰ ਸਿੱਖੋ, ਮੇਰੇ ਹਰ ਪ੍ਰਭ ਅਕਥ ਕਹਾਣੀ। ਮੇਰੇ ਦਾ ਮਤਲਬ ਮੇਰੇ ਗੁਰ ਸਿੱਖੋ ਦਾ ਮਤਲਬ ਗੁਰੂ ਦੇ ਸਿੱਖੋ। ਮੇਰੇ ਗੁਰ ਸਿੱਖੋ ਦਾ ਮਤਲਬ ਹੈਗਾ ਹੇ ਮੇਰੇ ਗੁਰੂ ਦੇ ਸਿੱਖੋ। ਹਰ ਕਥਾ ਸੁਣਾਵੋ, ਹੇ ਮੇਰੇ ਗੁਰੂ ਦੇ ਸਿੱਖੋ, ਮੈਨੂੰ ਵੀ ਅਕਥ ਪ੍ਰਭੂ ਪਰਮਾਤਮਾ ਦੀਆਂ ਸਿਫਤ ਸਲਾਹ ਦੀਆਂ ਗੱਲਾਂ ਸੁਣਾਓ। ਅਕਥ ਕਹਾਣੀ ਦਾ ਮਤਲਬ ਜੋ ਅਕਥ ਪ੍ਰਭੂ ਦੀ ਸਿਫਤ ਸਲਾਹ ਦੀ ਗੱਲ ਹੈ, ਜੋ ਅਕਥ ਕਥਾ
ਅਕਥ ਪ੍ਰਭੂ ਦੀ ਸਿਫਤ ਸਲਾਹ ਦੀਆਂ ਕਹਾਣੀਆਂ ਨੇ, ਜੋ ਗੱਲਾਂ ਨੇ, ਮੇਰੇ ਗੁਰੂ ਦੇ ਪਿਆਰੇ ਸਿੱਖੋ ਮੈਨੂੰ ਵੀ ਉਹ ਸੁਣਾਓ। ਤਾਂ ਦੇਖੋ ਸਾਨੂੰ ਇੱਥੋਂ ਇੱਕ ਏਮ ਮਿਲ ਰਿਹਾ ਹੈ। ਜਦੋਂ ਅਸੀਂ ਭੈਣ ਭਰਾ ਆਪਸ ਦੇ ਵਿੱਚ ਮਿਲੀਏ ਤਾਂ ਅਸੀਂ ਕੁਝ ਸੁਣਦੇ ਹਾਂ ਔਰ ਕੁਝ ਸੁਣਾਉਂਦੇ ਹਾਂ। ਕਿ ਜਦੋਂ ਅਸੀਂ ਆਪਸ ਵਿੱਚ ਮਿਲਦੇ ਹਾਂ ਤੇ ਅਸੀਂ ਕਹਿੰਦੇ ਹਾਂ ਸੁਣਾਓ ਕੀ ਹਾਲ ਚਾਲ ਹੈ, ਹੋਰ ਕੋਈ ਨਵੀਂ ਤਾਜ਼ੀ ਸੁਣਾਓ, ਹੋਰ ਕੁਝ ਸੁਣਾਓ, ਤਾਂ ਅਸੀਂ ਕੁਝ ਸੁਣਨਾ ਚਾਹੁੰਦੇ ਹਾਂ। ਤੇ ਜੇ ਅਸੀਂ ਆਪਣਾ ਸੁਣਨ ਦਾ ਪੈਟਰਨ ਇਹ ਬਣਾ ਲਈਏ ਕਿ ਜਦੋਂ ਅਸੀਂ ਮਿਲੀਏ ਤੇ ਅਸੀਂ ਕਦੇ ਵੀ ਕੋਈ ਰੱਬ ਦੀ ਗੱਲ ਸੁਣਾ ਯਾਰ, ਕੋਈ ਗੁਰਬਾਣੀ ਦੀ ਗੱਲ ਸੁਣਾ, ਕੋਈ ਇਹੋ ਜਿਹਾ ਬਚਨ ਕਰ ਜਿਸ ਦੇ ਨਾਲ ਮੇਰੀ ਜ਼ਿੰਦਗੀ ਬਦਲ ਜਾਏ। ਮੈਂ ਸੱਚ ਦੇ ਰਾਹਾਂ ਤੇ ਕਿਵੇਂ ਚੱਲ ਸਕਦਾ ਹਾਂ, ਮੈਂ ਨੈਗੇਟਿਵ ਤੋਂ ਪੋਜ਼ਿਟਿਵ ਕਿਵੇਂ ਹੋ ਸਕਦਾ ਹਾਂ, ਇਸ ਸਮਾਜ ਦੇ ਅੰਦਰ ਚੰਗੇ ਗੁਣ ਕਿਵੇਂ ਆ ਸਕਦੇ ਨੇ, ਸਮਾਜ ਵਿੱਚੋਂ ਅਸੀਂ ਬੁਰਾਈਆਂ ਖਤਮ ਕਰਨ ਲਈ ਕੀ ਕਰ ਸਕਦੇ ਹਾਂ, ਅਸੀਂ ਗੁਰਬਾਣੀ ਅਨੁਸਾਰ ਜੀਵਨ ਕਿਵੇਂ ਜੀ ਸਕਦੇ ਹਾਂ, ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਸੰਸਾਰ ਦੇ ਕੋਨੇ-ਕੋਨੇ ਤੱਕ ਕਿਵੇਂ ਪਹੁੰਚ ਸਕਦੀ ਹੈ, ਗੁਰਬਾਣੀ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਿਵੇਂ ਕਰ ਸਕਦੇ ਹਾਂ। ਮੇਰੀ ਭੈਣ, ਮੇਰੇ ਵੀਰ, ਮੈਨੂੰ ਇਹ ਗੱਲ ਸੁਣਾ। ਜੇ ਅਸੀਂ ਐਸਾ ਕੁਝ ਕਰ ਲਈਏ ਤਾਂ ਜ਼ਿੰਦਗੀ ਤਾਂ ਬਦਲ ਜਾਏਗੀ, ਜੀਵਨ ਤਾਂ ਬਦਲ ਜਾਏਗਾ। ਜਦੋਂ ਅਸੀਂ ਚੰਗੀ ਗੱਲ ਸੁਣਨ ਵਾਸਤੇ ਦੂਜੇ ਨੂੰ ਪ੍ਰੇਰਨਾ ਕਰਾਂਗੇ ਕਿ ਕੁਝ ਐਸਾ ਸੁਣਾ, ਮੈਂ ਤੁਹਾਨੂੰ ਕਹਾਂ ਤੁਸੀਂ ਮੈਨੂੰ ਕਹੋ, ਹੁਣ ਗੱਲਬਾਤ ਦਾ ਜਦੋਂ ਬੇਸ ਹੀ ਸਾਰੇ ਦਾ ਸਾਰਾ ਚੇਂਜ ਹੋ ਗਿਆ ਤਾਂ ਜ਼ਿੰਦਗੀ ਆਟੋਮੈਟਿਕਲੀ ਚੇਂਜ ਹੋ ਜਾਏਗੀ। ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਨ ਦੀ ਲੋੜ ਹੈ। ਹਰ ਕਥਾ ਸੁਣਾਵੋ ਮੇਰੇ ਗੁਰ ਸਿੱਖੋ, ਮੇਰੇ ਹਰ ਪ੍ਰਭ ਅਕਥ ਕਹਾਣੀ। ਪ੍ਰਭ ਅਕਥ ਕਹਾਣੀ ਦਾ ਮਤਲਬ ਹੈ ਅਕਥ ਪ੍ਰਭੂ ਦੀ ਸਿਫਤ ਸਲਾਹ ਦੀ ਗੱਲ, ਕਿ ਹੇ ਮੇਰੇ ਗੁਰੂ ਦੇ ਸਿੱਖੋ, ਤੁਸੀਂ ਮੈਨੂੰ ਵੀ ਅਕਥ ਪ੍ਰਭੂ ਦੀ ਸਿਫਤ ਸਲਾਹ ਦੀਆਂ ਗੱਲਾਂ ਸੁਣਾਓ। ਕਿਹੜੀਆਂ ਗੱਲਾਂ ਸੁਣਾਓ? ਕਿਉਂ ਪਾਈਐ, ਕਿਉਂ ਦੇਖੀਐ, ਮੇਰਾ ਹਰ ਪ੍ਰਭ ਸੁਘੜ ਸੁਜਾਣੀ। ਪਾਈਏ ਦਾ ਮਤਲਬ ਮਿਲਦਾ ਹੈ, ਕਿਉਂ ਦਾ ਮਤਲਬ ਕਿਵੇਂ, ਸੁਘੜ ਦਾ ਮਤਲਬ ਸੋਹਣੀ ਘਾੜਤ ਵਾਲਾ, ਸੁਜਾਣੀ ਦਾ ਮਤਲਬ ਸਿਆਣਾ। ਮੈਨੂੰ ਇਹ ਗੱਲ ਸੁਣਾਓ, ਇਹ ਦੱਸੋ ਕਿ ਉਹ ਸੋਹਣਾ ਸਿਆਣਾ ਪ੍ਰਭੂ ਕਿਵੇਂ ਮਿਲ ਸਕਦਾ ਹੈ ਤੇ ਉਹਦਾ ਦਰਸ਼ਨ ਅਸੀਂ ਕਿਵੇਂ ਕਰ ਸਕਦੇ ਹਾਂ, ਇਹ ਗੱਲਬਾਤ ਸੁਣਾਓ। ਹੁਣ ਜਦੋਂ ਅਸੀਂ ਆਪਣੇ ਮਿਲ ਵਰਤਨ ਨੂੰ ਇਸ ਲੈਵਲ ਤੇ ਲੈ ਜਾਈਏ ਕਿ ਹੇ ਮੇਰੀ ਭੈਣ ਮੈਨੂੰ ਇਹ ਦੱਸੋ ਕਿ ਜਿਹੜਾ ਸਿਆਣਾ ਸੁਘੜ ਪ੍ਰਭੂ ਹੈ ਮੈਨੂੰ ਕਿਵੇਂ ਮਿਲ ਸਕਦਾ ਹੈ, ਉਹਦੇ ਮੈਂ ਦਰਸ਼ਨ ਕਿਵੇਂ ਕਰ ਸਕਦਾ, ਕਿ ਇਸ ਦੁਨੀਆ ਨੂੰ ਰੱਬ ਦੇ ਰੂਪ ਵਿੱਚ ਮੈਂ ਕਿਵੇਂ ਵੇਖ ਸਕਦਾ, ਮੇਰਾ ਮਿਲਾਪ ਕਿਵੇਂ ਹੋ ਸਕਦਾ। ਮੇਰੀ ਭੈਣ, ਮੇਰੇ ਵੀਰ, ਮੈਨੂੰ ਇਹ ਦੱਸੋ। ਮੈਂ ਤੁਹਾਨੂੰ ਕਹਾਂ, ਤੁਸੀਂ ਮੈਨੂੰ, ਔਰ ਇਸ ਬਾਰੇ ਵਿਚਾਰ ਕਰੀਏ ਤੇ ਫਿਰ ਉਹਨਾਂ ਚੀਜ਼ਾਂ ਤੇ ਅਮਲ ਕਰੀਏ ਤਾਂ ਅਸੀਂ ਰੱਬ ਦਾ ਰੂਪ ਹੋ ਸਕਦੇ ਹਾਂ। ਗੁਰੂ ਜੀ ਸਾਨੂੰ ਇਹ ਸਾਧਨ ਦੱਸ ਰਹੇ ਨੇ, ਜ਼ਿੰਦਗੀ ਜੀਣ ਦਾ ਇੱਕ ਬਹੁਤ ਵੱਡਾ ਢੰਗ ਦੇ ਰਹੇ ਨੇ ਕਿ ਹੇ ਮੇਰੇ ਗੁਰੂ ਦੇ ਸਿੱਖੋ, ਦੱਸੋ ਕਿ ਉਹ ਸੋਹਣਾ ਸਿਆਣਾ ਪ੍ਰਭੂ ਕਿਵੇਂ ਮਿਲ ਸਕਦਾ ਹੈ ਔਰ ਕਿਵੇਂ ਉਸ ਦੇ ਦਰਸ਼ਨ ਕੀਤੇ ਜਾ ਸਕਦੇ ਨੇ। ਹੁਣ ਉੱਤਰ ਦੇ ਰਹੇ ਨੇ, ਹਰ ਮੇਲ ਦਿਖਾਏ ਆਪ ਹਰ, ਗੁਰ ਬਚਨੀ ਨਾਮ ਸਮਾਣੀ। ਉਹਦਾ ਉੱਤਰ ਦੇ ਰਹੇ ਨੇ ਕਿ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਜਿਨ੍ਹਾਂ ਮਨੁੱਖਾਂ ਦੀ ਸੁਰਤ ਪ੍ਰਭੂ ਦੇ ਵਿੱਚ ਲੀਨ ਹੋ ਜਾਂਦੀ ਹੈ, ਉਹਨਾਂ ਨੂੰ ਪ੍ਰਭੂ ਆਪ ਆਪਣੇ ਚਰਨਾਂ ਵਿੱਚ ਜੋੜ ਕੇ ਦਰਸ਼ਨ ਦਿੰਦਾ ਹੈ। ਹਰ ਮੇਲ ਦਿਖਾਏ ਆਪ ਹਰ, ਹਰ ਮੇਲ ਦਾ ਮਤਲਬ ਆਪਣੇ ਵਿੱਚ ਮਿਲਾ ਕੇ, ਦਿਖਾਏ ਹਰ ਦਾ ਮਤਲਬ ਰੱਬ ਆਪ ਆਪਣਾ ਦਰਸ਼ਨ ਦਿੰਦਾ ਹੈ। ਕਿੰਨਾਂ ਨੂੰ ਦਿੰਦਾ ਹੈ? ਗੁਰਬਚਨੀ, ਗੁਰਬਚਨੀ ਦਾ ਮਤਲਬ ਗੁਰੂ ਦੇ ਬਚਨ ਰਾਹੀਂ, ਨਾਮ ਦਾ ਮਤਲਬ ਨਾਮ ਵਿੱਚ, ਹੁਕਮ ਵਿੱਚ, ਸਮਾਣੀ ਦਾ ਮਤਲਬ ਸਮਾਈ ਹੋਈ ਹੈ। ਗੁਰੂ ਦੇ ਬਚਨਾਂ ਰਾਹੀਂ ਜਿਨ੍ਹਾਂ ਦੀ ਸੁਰਤ, ਜਿਨ੍ਹਾਂ ਦੀ ਸੋਚ ਰੱਬੀ ਹੁਕਮ ਦੇ ਅੰਦਰ ਸਮਾ ਜਾਂਦੀ ਹੈ, ਉਹਨਾਂ ਨੂੰ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਤੇ ਆਪਣਾ ਪ੍ਰਤੱਖ ਦਰਸ਼ਨ ਦਿੰਦਾ ਹੈ। ਦੇਖੋ ਰਿਜ਼ਲਟ ਕਿੰਨਾ ਵੱਡਾ ਨਿਕਲਿਆ। ਆਪਸ ਦੇ ਵਿੱਚ ਗੱਲਬਾਤ ਜੇ ਅਸੀਂ ਐਵੇਂ ਕਰੀਏ, ਔਰ ਫਿਰ ਇਹ ਨਾ ਕਿ ਜੋ ਮੈਂ ਕਹਿ ਰਿਹਾ ਉਹ ਕਰ, ਇੱਥੇ ਇਹ ਨਹੀਂ ਕਿਹਾ ਜਾ ਰਿਹਾ ਕਿ ਜੋ ਮੈਂ ਕਹਿਣਾ ਉਹ ਕਰ, ਜਾਂ ਦਸਮ ਦੁਆਰ ਵਿੱਚ ਪ੍ਰਾਨ ਚੜਾ, ਜਾਂ ਮਾਲਾ ਫੇਰ, ਜਾਂ ਜੰਗਲਾਂ ਵਿੱਚ ਜਾ, ਉਹ ਨਹੀਂ ਦੱਸਿਆ ਜਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਗੁਰੂ ਦੇ ਬਚਨਾਂ ਰਾਹੀਂ ਜਿਨ੍ਹਾਂ ਦੀ ਸੋਚ ਰੱਬੀ ਹੁਕਮ ਦੇ ਅੰਦਰ ਸਮਾ ਜਾਂਦੀ ਹੈ, ਉਹਨਾਂ ਨੂੰ ਪ੍ਰਭੂ ਆਪ ਆਪਣੇ ਮੇਲ ਵਿੱਚ ਮਿਲਾ ਕੇ ਆਪਣਾ ਦਰਸ਼ਨ ਦੇ ਦਿੰਦਾ ਹੈ। ਤਾਂ ਕਿੰਨਾ ਸੋਹਣਾ ਫਾਰਮੂਲਾ ਹੈ।
यानी गुरबाणी राही असी रब्बी रजा दे विच तुरना है। जो रब्बी रजा नूं फॉलो कर लवेगा रब्बी दीदार हो जाणगे, रब दे अंदर उस समा जाएगा। तिन विटों नानक वारिया जो जपदे हर निर्बाणी। निर्बाणी का मतलब है वासना तो रहत, निर्लेप। वारिया का मतलब कुर्बान। नानक दे कक्के थले औंकड़ है, इसलिए गुरु साहब जी अपने वास्ते कह रहे ने करता कारक इत्थे शब्द है नानक। तिन विटों नानक वारिया। गुरु जी कह रहे ने कि नानक उन्हां तो सदके हुंदा है, वारने जांदा है, बलिहारने जांदा है। जो वासना तो रहत निर्लेप प्रभु दे गुणां नाल सांझ पांदे ने। जप दा मतलब हुंदा है जानना, जानन दा मतलब सांझ पाना। जो वासना तो रहत प्रभु दे नाल सांझ पांदे ने, जो वासना तो रहन प्रभु दे गुणां नूं इंप्लीमेंट करदे ने, मैं उन्हां इंसानां तो कुर्बान, उन्हां तो वारने सदके हां। श्लोक महला चौथा। हर प्रभ रत्ते लोइना ज्ञान अंजन गुर दे। रत्ते दा मतलब रंगे हुए, लोइना दा मतलब लोइण अखां, ज्ञान दा मतलब आत्मक जीवन दी सूझ, अंजन दा मतलब है सुरमा। जिन्हां मनुखां नूं गुरु आत्मक जीवन दी सूझ दा सुरमा जिन्हां दी अखां विच पा दिंदा है, उन्हां दीयां अखां प्रभु दे प्यार विच, प्रभु दे प्यार दे नाल रंगीਆਂ ਜਾਂਦੀਆਂ ਨੇ। जिन्हां मनुखां नूं गुरु आत्मक जीवन दी सूझ दा सुरमा दिंदा है, उन्हां दीयां अखां प्रभु दे प्यार दे नाल रंगीਆਂ ਜਾਂਦੀਆਂ ਨੇ। हुण इत्थे सुरमा दा मतलब की है? इत्थे ज्ञान अंजन दा मतलब है ज्ञान दा सुरमा, ज्ञान सूझ समझ। जिन्हां नूं गुरु ने सूझ समझ दित्ती, विवेक बुद्ध दित्ती, कॉमन सेंस दित्ती, ज्ञान दी दात दित्ती, ते जो गुरु दे ज्ञान मुताबिक फिर जिंदगी जींदे ने, उन्हां दीयां अखां फिर प्रभु दे प्रीत दे नाल रंगीਆਂ ਜਾਂਦੀਆਂ ने। अखां प्रभु दी प्रीत नाल रंगीਆਂ जाण दा मीनिंग की है? जिन्हां दीयां अखां प्रभु दी प्रीत नाल रंगीਆਂ ने, उन्हां नूं हर इंसान दे अंदर भाई कन्हैये दी तरह रब दे दर्शन हुंदे। ਉਹ हर एक नूं रब दे रूप विच वेखदे ने। ਉਹ ਮੇਰ ਤੇਰ ਦੇ ਰੂਪ ਵਿੱਚ ਨਹੀਂ ਵੇਖਦੇ। ਉਹ ਹਰ ਧੀ ਭੈਣ ਨੂੰ ਆਪਣੀ ਧੀ ਭੈਣ ਕਰਕੇ ਜਾਣਦੇ ਨੇ। ਉਹਨਾਂ ਦੀਆਂ ਅੱਖਾਂ ਵਿੱਚ ਸ਼ਰਮ ਹੈ, ਹਿਆ ਹੈ, ਉਹਨਾਂ ਦੀਆਂ ਅੱਖਾਂ ਵਿੱਚ ਪਿਆਰ ਹੈ, ਨਿਮਰਤਾ ਹੈ। ਇਹ ਉਹਨਾਂ ਦੀ ਨਿਸ਼ਾਨੀ ਹੈ ਜਿਨ੍ਹਾਂ ਨੂੰ ਗੁਰੂ ਨੇ ਗਿਆਨ ਦੀ ਦਾਤ ਦਿੱਤੀ ਹੈ, ਯਾਨੀ ਜੋ ਗੁਰੂ ਗਿਆਨ ਤੇ ਅਮਲ ਕਰ ਰਹੇ ਨੇ। ਮੈਂ ਪ੍ਰਭ ਸੱਜਣ ਪਾਇਆ ਜਨ ਨਾਨਕ ਸਹਿਜ ਮਿਲੇ। ਇੱਥੇ ਮੈਂ ਦਾ ਮਤਲਬ ਇਹ ਨਹੀਂ ਕਿ ਮੈਂ, ਇੱਥੇ ਮੈਂ ਪ੍ਰਭ ਦਾ ਮਤਲਬ ਹੈ ਮੇਰਾ। मैं प्रभ का मतलब है मेरा प्रभु। मैं प्रभ सज्जन पाया का मतलब मेरा प्रभु उन्होंने पाया है, उन्होंने मेरा प्रभु मिल पैंदा है। जन नानक सहज मिले, सहज का मतलब आत्मक अडोलता विच उन्होंने मेरा प्रभु मिल पैंदा है। और उन्हों की निशानी यह है कि सहज मिले, वो आत्मक अडोलता दे विच हमेशा टिके रहंदे। जिन्हां नूं गुरु ज्ञान की सूझ दिंदा है, उन्हां दे नेत्रां दे अंदर प्रभु दे प्रीत पैदा हुंदी है। वो मेरे प्यारे प्रभु नूं पा लैंदे ने और वो हमेशा आत्मक अडोलता दे अंदर मिले रहंदे ने, मतलब टिके रहंदे ने। ते आत्मक अडोलता दा मतलब मन, बचन और कर्म करके रब्बी गुणां दे नाल जुड़े रहंदे ने। महला चौथा। गुरमुख अंतर शांत है, मन तन नाम समाए। गुरमुख का मतलब जो गुरु दे सन्मुख रहंदा है, यानी गुरु दे आशे मुताबिक जो जिंदगी जींदा है। मन तन का नाम मतलब मन करके, तन दे नाल सिहारीए तन करके। नाम का मतलब नाम विच, प्रभु दे हुक्म विच। जेड़ा मनुख गुरु दे दसे राहां ते तुरदा है, जो मनुख गुरमत आशे अनुसार जिंदगी जींदा है, ਉਹਦੇ अंदर शांति बनी रहती है। ते ਉਹ मन करके और तन करके प्रभु दे हुक्म दे अंदर समाया रहता है। मन करके भी प्रभु दे हुक्म विच, तन करके भी प्रभु दे हुक्म विच है। ਉਹਦੇ मन दे अंदर, ਉਹਦੀ सोच दे अंदर भी रब्बी रजा दी प्रीत है कि ਉਹਦੇ जो तन दे कर्म ने वो भी सारे दे सारे रब्बी रजा दे अंदर ने। उस मनुख दे अंदर शांति है।
यानी जे गुरु दे दसे राहां ते चल के ਅਸੀਂ ਮਨ ਤਨ ਕਰਕੇ ਰੱਬੀ ਰਜ਼ਾ ਹੁਕਮ ਭਾਣੇ ਨੂੰ ਫੋਲੋ ਕਰੀਏ ਤਾਂ ਸਾਡੀ ਜ਼ਿੰਦਗੀ ਦੇ ਅੰਦਰ ਵੀ ਸ਼ਾਂਤੀ ਆ ਸਕਦੀ ਹੈ। ਨਾਮ ਚਿਤਵੈ ਨਾਮੋ ਪੜ੍ਹੈ ਨਾਮ ਰਹਿ ਲਿਵ ਲਾਏ। ਤੇ ਉਹ ਇਨਸਾਨ ਫਿਰ ਕੀ ਕਰਦਾ ਹੈ? ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਜੋ ਮਨ ਕਰਕੇ ਤਨ ਕਰਕੇ ਰੱਬੀ ਹੁਕਮ ਵਿੱਚ ਸਮਾ ਜਾਂਦਾ ਹੈ, ਜਿਹਦੇ ਅੰਦਰ ਸ਼ਾਂਤੀ ਹੈ, ਜਾਂ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਣ ਵਾਲਾ ਕੀ ਕਰਦਾ ਹੈ? ਨਾਮ ਚਿਤਵੈ, ਉਹ ਹਮੇਸ਼ਾ ਪ੍ਰਭੂ ਦੇ ਹੁਕਮ ਨੂੰ ਹੀ ਚੇਤੇ ਕਰਦਾ ਹੈ। ਨਾਮੋਂ ਪੜ੍ਹੈ, ਸਦਾ ਉਹ ਪ੍ਰਭੂ ਦੇ ਹੁਕਮ ਨੂੰ ਹੀ ਪੜ੍ਹਦਾ ਹੈ। ਨਾਮ ਰਹਿ ਲਿਵ ਲਾਏ, ਤੇ ਉਹ ਪ੍ਰਭੂ ਦੇ ਹੁਕਮ ਦੇ ਅੰਦਰ ਹੀ ਹਮੇਸ਼ਾ ਲਗਨ ਲਗਾਈ ਰੱਖਦਾ ਹੈ। ਉਹ ਹਰ ਚੀਜ਼ ਨੂੰ ਚੇਤੇ ਰੱਖਦਾ ਹੈ ਕਿ ਹਰ ਚੀਜ਼ ਰੱਬੀ ਹੁਕਮ ਵਿੱਚ ਹੈ। ਉਹ ਜੇ ਕੁਝ ਪੜ੍ਹਦਾ ਹੈ ਤੇ ਪੜ੍ਹਦਾ ਹੈ ਕਿ ਰੱਬੀ ਹੁਕਮ ਦੇ ਅੰਦਰ ਸਭ ਕੁਝ ਹੋ ਰਿਹਾ ਹੈ, ਤੇ ਉਹ ਹੁਕਮ ਦੇ ਅੰਦਰ ਹੀ ਆਪਣੀ ਲਗਨ ਲਗਾਈ ਰੱਖਦਾ ਹੈ ਜ਼ਿੰਦਗੀ ਜੀਣ ਦੀ। ਹੁਣ ਤੁਸੀਂ ਇਸ ਸੰਸਾਰ ਵੱਲ ਇੱਕ ਝਾਤ ਮਾਰ ਕੇ ਦੇਖੋ। ਜੇ ਅਸੀਂ ਵਿਗਿਆਨ ਦੀ ਗੱਲ ਕਰੀਏ, ਜੋ ਕੁਝ ਵੀ ਸੰਸਾਰ ਦੇ ਅੰਦਰ ਤਰੱਕੀ ਕੀਤੀ ਗਈ ਹੈ, ਜੋ ਵੀ ਖੋਜਾਂ ਕੀਤੀਆਂ ਗਈਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਹੁਕਮ ਦੇ ਅੰਦਰ ਨੇ, ਸਿਸਟਮ ਦੇ ਅੰਦਰ ਨੇ। ਵਿਗਿਆਨਿਕ ਲੋਕਾਂ ਨੇ, ਡਾਕਟਰ ਲੋਕਾਂ ਨੇ ਸਿਸਟਮ ਨੂੰ ਸਮਝਿਆ ਹੈ, ਉਹਦੇ ਮੁਤਾਬਕ ਖੋਜਾਂ ਕਰਕੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ। ਧਾਰਮਿਕ ਦੁਨੀਆ ਦੇ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ, ਹੋਰ ਗੁਰੂ ਸਾਹਿਬਾਨ, ਭਗਤ ਜਨ, ਜਿਨ੍ਹਾਂ ਦੀ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹਨਾਂ ਨੇ ਰੱਬੀ ਹੁਕਮ ਨੂੰ ਸਮਝਿਆ ਹੈ, ਰੱਬੀ ਹੁਕਮ ਅਨੁਸਾਰ ਜ਼ਿੰਦਗੀ ਜੀਵੀ ਹੈ, ਰੱਬੀ ਹੁਕਮ ਅਨੁਸਾਰ ਉਹਨਾਂ ਨੇ ਜੀਵਨ ਜੀਣ ਦੀ ਪ੍ਰੇਰਨਾ ਦਿੱਤੀ ਹੈ। ਤਾਂ ਕਿੰਨਾ ਮਹਾਨ ਆਤਮਿਕ ਜੀਵਨ ਜੀਵਿਆ ਹੈ, ਕਿੰਨੇ ਮਹਾਨ ਆਤਮਿਕ ਜੀਵਨ ਜੀਣ ਦੀ ਪ੍ਰੇਰਨਾ ਦਿੱਤੀ ਹੈ। ਤਾਂ ਉਹਨਾਂ ਸਾਰਿਆਂ ਨੇ ਹੁਕਮ ਦੀ ਗੱਲ ਕੀਤੀ ਹੈ। ਜਿਹੜੀ ਵੀ ਪ੍ਰਾਪਤੀ ਹੈ ਉਹ ਹੁਕਮ ਤੋਂ ਬਾਹਰ ਜਾ ਕੇ ਨਹੀਂ ਹੋ ਸਕਦੀ। ਇਸ ਲਈ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੁਕਮ ਬਾਰੇ ਹੀ ਸੋਚਦਾ ਹੈ, ਹੁਕਮ ਹੀ ਵੀ ਪੜ੍ਹਦਾ ਹੈ, ਹੁਕਮ ਵਿੱਚ ਹੀ ਉਹ ਆਪਣੀ ਲਗਨ ਲਗਾਈ ਰੱਖਦਾ ਹੈ। ਨਾਮ ਪਦਾਰਥ ਪਾਈਐ ਚਿੰਤਾ ਗਈ ਬਿਲਾਏ। ਬਿਲਾਏ ਦਾ ਮਤਲਬ ਦੂਰ ਹੋ ਜਾਂਦੀ ਹੈ, ਪਾਈਏ ਦਾ ਮਤਲਬ ਮਿਲਦਾ ਹੈ। ਜੇ ਗੁਰੂ ਮਿਲ ਪਏ ਤਾਂ ਪ੍ਰਭੂ ਦਾ ਹੁਕਮ ਮਿਲ ਜਾਂਦਾ ਹੈ, ਪ੍ਰਭੂ ਦੇ ਹੁਕਮ ਦੀ ਸੂਝ ਪੈਦਾ ਹੋ ਜਾਂਦੀ ਹੈ। ਤੇ ਜੇ ਪ੍ਰਭੂ ਦੇ ਹੁਕਮ ਦੀ ਸੂਝ ਪੈਦਾ ਹੋ ਜਾਏ ਤਾਂ ਫਿਰ ਕੀ ਹੁੰਦਾ ਹੈ? ਚਿੰਤਾ ਗਈ ਬਿਲਾਏ। ਜਿਸ ਨੂੰ ਇਹ ਨਾਮ ਹੁਕਮ ਹਾਸਲ ਹੋ ਜਾਂਦਾ ਹੈ, ਜੋ ਇਨਸਾਨ ਹੁਕਮ ਅਨੁਸਾਰ ਜ਼ਿੰਦਗੀ ਜੀਂਦਾ ਹੈ, ਜਿਹਨੂੰ ਹੁਕਮ ਦੀ ਸੂਝ ਪੈਦਾ ਹੋ ਜਾਂਦੀ ਹੈ, ਚਿੰਤਾ ਗਈ ਬਿਲਾਏ, ਉਹਦੀ ਚਿੰਤਾ ਦੂਰ ਹੋ ਜਾਂਦੀ ਹੈ। ਉਹਦੀ ਜ਼ਿੰਦਗੀ ਦੇ ਅੰਦਰ ਚਿੰਤਾ ਨਹੀਂ ਹੁੰਦੀ, ਕਿਉਂਕਿ ਉਹਨੂੰ ਸਿਸਟਮ ਦੀ ਸਮਝ ਪੈ ਗਈ ਕਿ ਹਰ ਚੀਜ਼ ਸਿਸਟਮ ਅੰਦਰ ਹੈ, ਹਰ ਚੀਜ਼ ਦੀ ਕੋਈ ਰਿਕੁਆਇਰਮੈਂਟ ਹੈ। ਜੇ ਮੈਂ ਉਸ ਰਿਕੁਆਇਰਮੈਂਟ ਨੂੰ ਪੂਰੀ ਕਰਾਂਗਾ ਤਾਂ ਉਹ ਸ਼ੈ ਮੈਨੂੰ ਮਿਲ ਜਾਏਗੀ। ਹੁਣ ਮੇਰੇ ਕੋਲ ਚਿੰਤਾ ਵਾਲੀ ਕੋਈ ਗੱਲ ਹੀ ਨਹੀਂ ਹੈ, ਕਿਉਂਕਿ ਮੈਂ ਰਿਕੁਆਇਰਮੈਂਟ ਪੂਰੀ ਕਰਾਂਗਾ ਤਾਂ ਮੈਨੂੰ ਇਹ ਸ਼ੈ ਮਿਲ ਜਾਏਗੀ। ਯਾਨੀ ਰੱਬੀ ਹੁਕਮ ਭਾਣੇ ਵਿੱਚ ਰਹਿਣ ਦੇ ਨਾਲ ਚਿੰਤਾਵਾਂ ਨਹੀਂ ਰਹਿੰਦੀਆਂ। ਚਿੰਤਾਵਾਂ ਉਦੋਂ ਆ ਕੇ ਹਿਰਦੀਆਂ ਨੇ ਜਦੋਂ ਬੰਦਾ ਰੱਬੀ ਰਜ਼ਾ ਭਾਣੇ ਤੋਂ ਉਲਟ ਚੱਲਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਨਾਮ ਦੀ ਸੂਝ, ਹੁਕਮ ਦੀ ਸੂਝ ਕਿਵੇਂ ਪੈਦਾ ਹੋਵੇਗੀ? ਤਾਂ ਗੁਰੂ ਜੀ ਕਹਿੰਦੇ ਨੇ, ਸਤਿਗੁਰ ਮਿਲਿਆ ਨਾਮ ਊਪਜੈ ਤ੍ਰਿਸ਼ਨਾ ਭੁੱਖ ਸਭ ਜਾਏ। ਸਤਿਗੁਰ ਮਿਲਿਆ ਦਾ ਮਤਲਬ ਜੇ ਗੁਰੂ ਮਿਲ ਪਏ, ਜੇ ਗੁਰੂ ਮਿਲ ਪਏ। ਨਾਮ ਊਪਜੈ, ਊਪਜੈ ਦਾ ਮਤਲਬ ਉਪਜ ਪੈਂਦਾ ਹੈ, ਪੈਦਾ ਹੋ ਜਾਂਦਾ ਹੈ। ਜੇ ਗੁਰੂ ਮਿਲ ਪਏ ਤਾਂ ਮਨੁੱਖ ਦੇ ਅੰਦਰ ਮਾਨੋ ਹੁਕਮ ਦਾ ਬੂਟਾ ਉਗ ਪੈਂਦਾ ਹੈ, ਹੁਕਮ ਪੈਦਾ ਹੋ ਜਾਂਦਾ ਹੈ, ਹੁਕਮ ਦੀ ਸੂਝ ਪੈਦਾ ਹੋ ਜਾਂਦੀ ਹੈ, ਜਿਸ ਦੀ ਬਰਕਤ ਦੇ ਨਾਲ ਮਾਇਆ ਦੀ ਤ੍ਰਿਸ਼ਨਾ ਬੰਦੇ ਦੇ ਅੰਦਰੋਂ ਖਤਮ ਹੋ ਜਾਂਦੀ ਹੈ। ਜਦੋਂ ਬੰਦੇ ਦੇ ਅੰਦਰ ਰੱਬੀ ਗੁਣ ਪੈਦਾ ਹੁੰਦੇ ਨੇ ਨਾ ਗੁਰੂ ਦੇ ਮਿਲਾਪ ਕਰਕੇ, ਤਾਂ ਉਦੋਂ ਬੰਦੇ ਦੀ ਜ਼ਿੰਦਗੀ ਦੇ ਅੰਦਰੋਂ ਤ੍ਰਿਸ਼ਨਾ ਆਦਿਕ ਦੀ ਭੁੱਖ ਖਤਮ ਹੋ ਜਾਂਦੀ ਹੈ। ਬੰਦੇ ਨੂੰ ਸੰਤੁਸ਼ਟੀ ਮਿਲਦੀ ਹੈ, ਬੰਦੇ ਨੂੰ ਸੰਤੋਖ ਮਿਲਦਾ ਹੈ, ਖੁਸ਼ੀ ਮਿਲਦੀ ਹੈ। ਨਾਨਕ ਨਾਮੇ ਰਤਿਆਂ ਨਾਮੋ ਪੱਲੇ ਪਾਏ। ਨਾਮੇ ਦਾ ਮਤਲਬ ਨਾਮ ਵਿੱਚ, ਨਾਮੋ ਦਾ ਮਤਲਬ ਨਾਮ ਹੀ, ਪੱਲੇ ਪਾਏ ਦਾ ਮਤਲਬ ਮਿਲਦਾ ਹੈ। ਜੇ ਪ੍ਰਭੂ ਦੇ ਹੁਕਮ ਵਿੱਚ ਰੰਗੇ ਰਹੀਏ ਤਾਂ ਪ੍ਰਭੂ ਦਾ ਹੁਕਮ ਹੀ ਮਿਲਦਾ ਹੈ। ਪ੍ਰਭੂ ਦੇ ਹੁਕਮ ਨਾਲ ਪ੍ਰੀਤ ਪਾਇਆ, ਪ੍ਰਭੂ ਦੇ ਹੁਕਮ ਦੇ ਅੰਦਰ ਚੱਲਣ ਦੀ ਸਮਰੱਥਾ ਮਿਲਦੀ ਹੈ। ਪ੍ਰਭੂ ਦੇ ਹੁਕਮ ਵਿੱਚ ਚੱਲਣ ਦੇ ਨਾਲ ਜੋ ਸੁਖ ਸ਼ਾਂਤੀ ਹੈ, ਉਹ ਸੁਖ ਸ਼ਾਂਤੀ ਦੀ ਦਾਤ ਸਾਨੂੰ ਪ੍ਰਾਪਤ ਹੁੰਦੀ ਹੈ। ਪੌੜੀ। ਤੁਧ ਆਪੇ ਜਗਤ ਉਪਾਏ ਕੈ, ਤੁਧ ਆਪੇ ਵਸਗਤ ਕੀਤਾ।
ਵਸਕਤ ਦਾ ਮਤਲਬ ਹੈ ਆਪਣੇ ਵਸ ਅੰਦਰ, ਉਪਾਏ ਕੇ ਦਾ ਭਾਵ ਪੈਦਾ ਕਰਕੇ, ਕਿ हे ਪ੍ਰਭੂ ਤੂੰ ਆਪ ਹੀ ਜਗਤ ਪੈਦਾ ਕਰਕੇ ਆਪ ਹੀ ਇਸ ਜਗਤ ਨੂੰ ਆਪਣੇ ਵਸ ਵਿੱਚ ਰੱਖਿਆ ਹੋਇਆ ਹੈ। ਵਸ ਵਿੱਚ ਦਾ ਮਤਲਬ ਹੁਕਮ ਅੰਦਰ, ਸਾਰੀ ਕਾਇਨਾਤ ਰੱਬੀ ਹੁਕਮ ਦੇ ਅੰਦਰ ਪੈਦਾ ਹੋਈ ਹੈ, ਹੁਕਮ ਦੇ ਅੰਦਰ ਸੰਚਾਲਨ ਹੋ ਰਿਹਾ ਹੈ, ਹੁਕਮ ਦੇ ਅੰਦਰ ਪਾਲਣਾ ਹੋ ਰਿਹਾ ਹੈ। ਅਸੀਂ ਜਪਜੀ ਸਾਹਿਬ ਜੀ ਦੇ ਵਿੱਚ ਇਹ ਚੀਜ਼ਾਂ ਬਹੁਤ ਪਿਆਰ ਦੇ ਨਾਲ ਪੜ੍ਹ ਚੁੱਕੇ ਹਾਂ ਕਿ ਜੋ ਵੀ ਆਕਾਰ ਹੈ ਉਹ ਹੁਕਮ ਵਿੱਚ ਹੈ, ਸੁਖ ਦੁੱਖ ਇਹ ਸਾਰੇ ਹੁਕਮ ਦੇ ਅੰਦਰ। ਇੱਕ ਮਨਮੁਖ ਕਰ ਹਾਰਾਇਨ, ਇੱਕ ਨਾ ਮੇਲ ਗੁਰੂ ਤਿਨਾ ਜੀਤਾ। ਇੱਕ ਦੇ ਕੱਕੇ ਨਾਲ ਸਿਹਾਰੀ ਆਣ ਕਰਕੇ ਦਾ ਮੀਨਿੰਗ ਹੋ ਗਿਆ ਕਈ। ਇੱਕ ਦਾ ਮਤਲਬ ਕਈ, ਮਨਮੁਖ ਦਾ ਮਤਲਬ ਆਪ ਖੁਦਰੇ, ਕਰ ਦਾ ਮਤਲਬ ਕਰਕੇ, ਹਾਰਾਇਨ ਦਾ ਮਤਲਬ ਹਰਾ ਦਿੱਤੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, हे ਪ੍ਰਭੂ ਕਈ ਜੀਵਾਂ ਨੂੰ ਮਨ ਦੇ ਮੁਰੀਦ ਬਣਾ ਕੇ ਆਪ ਖੁਦਰੇ ਕਰਕੇ ਜੀਵਨ ਖੇਡ ਵਿੱਚ ਹਾਰ ਦੇ ਦਿੱਤੀ ਹੈ। ਯਾਨੀ ਉਹ ਜੀਵਨ ਖੇਡ ਵਿੱਚ ਹਾਰ ਗਏ ਨੇ। ਕੌਣ? ਜੋ ਮਨਮੁਖ ਨੇ। ਇੱਕ ਨਾ ਮੇਲ ਗੁਰੂ ਤਿਨਾ ਜੀਤਾ, ਤੇ ਕਈਆਂ ਨੂੰ ਗੁਰੂ ਮਿਲਾ ਕੇ ਇਹੋ ਜਿਹੇ ਬਣਾ ਦਿੱਤਾ ਹੈ ਕਿ ਉਹਨਾਂ ਨੇ ਜੀਵਨ ਦੀ ਬਾਜੀ ਜਿੱਤ ਲਈ ਹੈ। हे ਪ੍ਰਭੂ ਤੇਰੇ ਹੁਕਮ ਦੇ ਅੰਦਰ ਕਈ ਲੋਕ ਐਸੇ ਨੇ ਜੋ ਗੁਰੂ ਨੂੰ ਮਿਲੇ ਨੇ, ਜੋ ਗੁਰੂ ਨੂੰ ਮਿਲੇ ਨੇ ਉਹਨਾਂ ਨੇ ਜੀਵਨ ਬਾਜੀ ਨੂੰ ਜਿੱਤ ਲਿਆ ਹੈ, ਤੇ ਕਈ ਐਸੇ ਨੇ ਜੋ ਆਪ ਖੁਦਰੇ ਨੇ, ਜੋ ਆਪ ਖੁਦਰੇ ਨੇ ਉਹ ਜੀਵਨ ਬਾਜੀ ਨੂੰ ਹਾਰ ਗਏ ਨੇ। ਤਾਂ ਕਹਿਣ ਦਾ ਭਾਵ ਇਹ ਹੈ ਕਿ ਜੇ ਬੰਦਾ ਆਪ ਖੁਦਰੇ ਵਾਲੀ ਜ਼ਿੰਦਗੀ ਜੀਵੇਗਾ ਉਹ ਜੀਵਨ ਬਾਜੀ ਨੂੰ ਹਾਰ ਜਾਏਗਾ, ਜੀਵਨ ਦੇ ਉੱਚਾ ਮਨੋਰਥ ਉਹ ਹਾਸਲ ਨਹੀਂ ਕਰ ਪਾਏਗਾ। ਪਰ ਜੇ ਕੋਈ ਬੰਦਾ ਗੁਰੂ ਗਿਆਨ ਮੁਤਾਬਕ ਚੱਲੇਗਾ, ਗਿਆਨ ਦੀ ਸਹੀ ਵਰਤੋਂ ਕਰੇਗਾ, ਗੁਰਮਤ ਆਸ਼ੇ ਅਨੁਸਾਰ ਜੀਵਨ ਜੀਵੇਗਾ, ਤਾਂ ਉਹ ਜੀਵਨ ਬਾਜੀ ਨੂੰ ਜਿੱਤ ਜਾਏਗਾ, ਜੀਵਨ ਦੇ ਮਨੋਰਥ ਨੂੰ ਹਾਸਲ ਕਰ ਲਵੇਗਾ। ਹਰ ਊਤਮ ਹਰ ਪ੍ਰਭ ਨਾਮ ਹੈ, ਗੁਰ ਬਚਨ ਸੁਭਾਗੈ ਲੀਤਾ। ਉੱਤਮ ਦਾ ਮਤਲਬ ਜੀਵਨ ਨੂੰ ਉੱਚਾ ਕਰਨ ਵਾਲਾ, ਗੁਰਬਚਨ ਦਾ ਮਤਲਬ ਗੁਰੂ ਦੇ ਉਪਦੇਸ਼ ਦੀ ਰਾਹੀਂ, ਸੁਭਾਗੈ ਦਾ ਮਤਲਬ ਭਾਗਾਂ ਵਾਲੇ ਮਨੁੱਖ ਨੇ। ਪ੍ਰਭੂ ਦਾ ਹੁਕਮ ਮਨੁੱਖ ਦੇ ਜੀਵਨ ਨੂੰ ਉੱਚਾ ਕਰਨ ਵਾਲਾ ਹੈ, ਪਰ ਕਿਸੇ ਭਾਗਾਂ ਵਾਲੇ ਨੇ ਗੁਰੂ ਦੇ ਉਪਦੇਸ਼ ਰਾਹੀਂ ਇਸ ਹੁਕਮ ਨੂੰ ਪ੍ਰਾਪਤ ਕੀਤਾ ਹੈ। ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ, ਰੱਬੀ ਗੁਣ। ਤਾਂ ਜੋ ਪ੍ਰਭੂ ਦਾ ਹੁਕਮ ਹੈ ਇਹ ਸਭ ਤੋਂ ਉੱਤਮ ਹੈ। ਪ੍ਰਭੂ ਦਾ ਹੁਕਮ ਸਭ ਤੋਂ ਉੱਤਮ ਹੈ, ਲੇਕਿਨ ਇਹ ਪ੍ਰਭੂ ਦਾ ਹੁਕਮ ਜੋ ਹੈ, ਹੁਕਮ ਦੇ ਅੰਦਰ ਤੁਰਨਾ ਹੈ, ਹੁਕਮ ਵਾਲੀ ਜੋ ਜ਼ਿੰਦਗੀ ਹੈ ਉਹ ਕਿਸੇ ਵੱਡੇ ਭਾਗਾਂ ਵਾਲੇ ਨੇ ਪ੍ਰਾਪਤ ਕੀਤੀ ਹੈ। ਹੁਕਮ ਦੀ ਸੂਝ ਕਿਸੇ ਵੱਡੇ ਭਾਗਾਂ ਵਾਲੇ ਨੂੰ ਮਿਲੀ ਹੈ। ਤੇ ਮਿਲੀ ਕਿਵੇਂ ਹੈ? ਗੁਰਬਚਨ ਇੱਥੇ ਨੰਨੇ ਦੇ ਨਾਲ ਸਿਹਾਰੀ ਹੈ, ਜਿਹਦਾ ਮਤਲਬ ਬਚਨਾ ਰਾਹੀਂ। ਗੁਰ ਦੇ ਰਾਰੇ ਥੱਲੇ ਔਂਕੜ ਨਹੀਂ ਹੈ, ਕਿਉਂਕਿ ਗੁਰ ਔਰ ਬਚਨ ਦੇ ਦਰਮਿਆਨ ਦਾ ਸ਼ਬਦ ਸੰਬੰਧ ਕੀ ਹੈ? ਔਰ ਸਾਈਲੈਂਟ ਹੈ। ਗੁਰਬਚਨ ਦਾ ਮਤਲਬ ਗੁਰੂ ਦੇ ਬਚਨਾਂ ਰਾਹੀਂ। ਲੀਤਾ ਦਾ ਮਤਲਬ ਲਿਆ ਹੈ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਰਾਹੀਂ ਲਿਆ ਹੈ, ਭਾਵ ਸਮਝ ਆਈ ਹੈ। ਤਾਂ ਇਸ ਪਾਵਨ ਪੰਕਤੀ ਦਾ ਜੋ ਭਾਵ ਅਰਥ ਹੈ ਕਿ ਜਿਨ੍ਹਾਂ ਵੀ ਵਡਭਾਗੀ ਮਨੁੱਖਾਂ ਨੇ ਗੁਰੂ ਦੇ ਬਚਨਾਂ ਯਾਨੀ ਗੁਰੂ ਦੇ ਗਿਆਨ ਰਾਹੀਂ ਸਮਝ ਸੂਝ ਹਾਸਲ ਕੀਤੀ ਹੈ, ਗੁਰਬਾਣੀ ਨੂੰ ਇੰਪਲੀਮੈਂਟ ਕੀਤਾ ਹੈ, ਉਹਨਾਂ ਨੇ ਰੱਬੀ ਹੁਕਮ ਨੂੰ ਔਰ ਰੱਬੀ ਸਿਫਤ ਸਲਾਹ ਨੂੰ ਸਮਝਿਆ ਹੈ। ਤੇ ਉਹਨਾਂ ਦਾ ਫਲ ਉਹਨੂੰ ਕੀ ਮਿਲਿਆ ਹੈ, ਉਹਦਾ ਰਿਜ਼ਲਟ ਜੀਵਨ ਦਾ ਕੀ ਨਿਕਲੇਗਾ। ਤਾਂ ਗੁਰੂ ਜੀ ਕਹਿੰਦੇ ਨੇ ਦੁੱਖ ਦਾਲਦ ਸਭੋ ਲਹਿ ਗਿਆ। ਦੁੱਖ ਦਾ ਮਤਲਬ ਦੁੱਖ, ਮਾਨਸਿਕ ਰੋਗ ਨੇ, ਚਿੰਤਾਵਾਂ ਨੇ, ਪਰੇਸ਼ਾਨੀਆਂ ਨੇ। ਤੇ ਦਾਲਤ ਦਾ ਮਤਲਬ ਹੈ ਦਰਿਦਰ, ਦਰਿਦਰਤਾ, ਗਰੀਬੀ। ਦਾਲਤ ਦਾ ਮਤਲਬ ਦਰਿਦਰ, ਗਰੀਬੀ। ਉਹਨਾਂ ਦੀ ਜ਼ਿੰਦਗੀ ਚੋਂ ਦੁੱਖ ਵੀ ਲੈ ਗਿਆ ਔਰ ਉਹਨਾਂ ਦੀ ਜ਼ਿੰਦਗੀ ਚੋਂ ਗਰੀਬੀ ਵੀ ਖਤਮ ਹੋ ਗਈ। ਹੁਣ ਇੱਥੇ ਗਰੀਬੀ ਆਰਥਿਕ ਨਹੀਂ ਹੈ, ਅਸਲ ਦੇ ਵਿੱਚ ਗਰੀਬ ਕੌਣ ਹੈ? ਕਹੋ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੇ ਨਾਮ ਨਾ ਹੋਈ। ਜਿਹਦੇ ਹਿਰਦੇ ਅੰਦਰ ਨਾਮ ਦਾ ਮਤਲਬ ਰੱਬੀ ਗੁਣ ਨਹੀਂ ਹਨ, ਹਿਰਦੇ ਦਾ ਮਤਲਬ ਮੈਂਟੈਲਿਟੀ, ਸੋਚ, ਜਿਹਦੀ ਸੋਚ ਅੰਦਰ ਰੱਬੀ ਗੁਣ ਨਹੀਂ ਹਨ, ਅਸਲੀ ਗਰੀਬ ਔਰ ਕੰਗਾਲ ਉਹ ਹੈ। ਜਿਵੇਂ ਮੈਂ ਹਰ ਰੋਜ਼ ਬੇਨਤੀ ਕਰ ਰਿਹਾ ਕਿ ਇੱਕ ਬੰਦਾ 80-90 ਹਜ਼ਾਰ ਰੁਪਇਆ ਤਨਖਾਹ ਲੈ ਰਿਹਾ ਹੈ, ਪਰ ਉਹ 400 ਰੁਪਏ ਦਿਹਾੜੀ ਲੈਣ ਵਾਲੇ ਬੰਦੇ ਤੋਂ ਰਿਸ਼ਵਤ ਲੈਂਦਾ ਹੈ, ਤਾਂ ਇਸ ਤੋਂ ਕੰਗਾਲ ਕੌਣ ਹੋਏਗਾ? ਆਪਨੇ ਪਿੱਛੇ ਖਬਰ ਪੜੀ ਸੀ ਨਾ ਕਿ ਇੱਕ 2.5 ਸਾਲ ਦੀ ਬੱਚੀ ਨੂੰ ਇੰਜੈਕਸ਼ਨ ਦੇ ਕੇ ਤੇ ਉਹਦੇ ਨਾਲ ਖੇਖਵਾਰੀ, ਇਸ ਤੋਂ ਵੱਡਾ ਕੰਗਾਲ ਕੌਣ ਹੋਏਗਾ?
ਜੋ ਇਨਸਾਨ ਹੁੰਦਿਆਂ ਇਨਸਾਨੀਅਤ ਵਾਲੀ ਜ਼ਿੰਦਗੀ ਨਹੀਂ ਜੀ ਰਿਹਾ, ਅਸਲੀ ਕੰਗਾਲ ਉਹ ਹੈ। ਤਾਂ ਜਾਂ ਨਾਉ ਗੁਰੂ ਹਰ ਦਿੱਤਾ, ਜਦੋਂ ਗੁਰੂ ਕਿਸੇ ਨੂੰ ਹੁਕਮ ਦੀ ਸੂਝ ਬਖਸ਼ਿਸ਼ ਕਰਦਾ ਹੈ ਤਾਂ ਉਹਦੇ ਅੰਦਰੋਂ ਦੁੱਖ ਵੀ ਖਤਮ ਹੋ ਜਾਂਦੇ ਨੇ, ਔਰ ਉਹਦੇ ਅੰਦਰੋਂ ਗਰੀਬੀ ਵੀ ਖਤਮ ਹੋ ਜਾਂਦੀ ਹੈ, ਉਹਦੇ ਅੰਦਰੋਂ ਇੱਕ ਕੰਗਾਲੀ ਨਿਕਲ ਜਾਂਦੀ ਹੈ, ਉਹ ਗੁਨਾਹ ਕਰਕੇ ਅਮੀਰ ਹੋ ਜਾਂਦਾ ਹੈ, ਉਹਦੇ ਜੀਵਨ ਅੰਦਰ ਮਾਨਸਿਕ ਪਰੇਸ਼ਾਨੀਆਂ ਨਹੀਂ ਰਹਿੰਦੀਆਂ। ਤਾਂ ਇਸ ਲਈ ਸਾਨੂੰ ਹੁਣ ਉਪਦੇਸ਼ ਕਰ ਰਹੇ ਨੇ ਕਿ ਸਾਨੂੰ ਕੀ ਕਰਨਾ ਚਾਹੀਦਾ, ਸਾਨੂੰ ਕੀ ਕਰਨਾ ਚਾਹੀਦਾ। ਸਭ ਸੇਵੋ ਮੋਹਨੋ ਮਨ ਮੋਹਨੋ ਜਗ ਮੋਹਨੋ, ਇੱਥੇ ਵਿਸ਼ਰਾਮ ਲਗਾਣੇ ਨੇ ਸਾਰੇ, ਵਿਸ਼ਰਾਮ ਸਾਰੇ ਦੁਬਾਰਾ ਸੁਣ ਲਓ। ਸਭ ਸੇਵੋ ਮੋਹਨੋ ਮਨ ਮੋਹਨੋ ਜਗ ਮੋਹਨੋ, ਜਿਨ ਜਗਤ ਉਪਾਏ ਸਭੋ ਵਸ ਕੀਤਾ। ਮਨਮੋਹਨੋ ਦਾ ਮਤਲਬ ਮਨ ਨੂੰ ਮੋਹ ਲੈਣ ਵਾਲਾ, ਜਗ ਮੋਹਨੋ ਦਾ ਮਤਲਬ ਜਗਤ ਨੂੰ ਮੋਹਿਤ ਕਰਨ ਵਾਲਾ। ਜਿਨ ਦੇ ਨੰਨੇ ਨਾਲ ਸਿਹਾਰੀ ਹੈ, ਜਦੋਂ ਵੀ ਜਿਨ ਔਰ ਤਿੰਨ ਦੇ ਨੰਨੇ ਨਾਲ ਸਿਹਾਰੀ ਹੋਏ ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਸ਼ਬਦ ਇੱਕ ਵਚਨੀ ਹੋਏਗਾ, ਸਿੰਗੂਲਰ ਸ਼ਬਦ ਹੋਏਗਾ। ਜਿਨ ਦਾ ਮਤਲਬ ਜਿਨ੍ਹਾਂ ਨੇ ਨਹੀਂ ਹੈ, ਇੱਥੇ ਜਿਨ ਦਾ ਮਤਲਬ ਹੈ ਜਿਸ ਨੇ। ਜਗਤ ਉਪਾਏ ਦਾ ਮਤਲਬ ਜਗਤ ਪੈਦਾ ਕਰਕੇ, ਵਸ ਕੀਤਾ ਦਾ ਮਤਲਬ ਆਪਣੇ ਵਸ ਵਿੱਚ ਰੱਖਿਆ ਹੋਇਆ ਹੈ। ਵਸ ਵਿੱਚ ਰੱਖਣ ਦਾ ਮਤਲਬ ਹੁਕਮ ਅੰਦਰ ਚਲਾ ਰਿਹਾ ਹੈ, ਹੁਕਮ ਦਾ ਅੰਦਰ ਮਤਲਬ ਸਿਸਟਮ ਵਿੱਚ ਚਲਾ ਰਿਹਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਤੁਸੀਂ ਸਾਰੇ ਮਨ ਨੂੰ ਮੋਹ ਲੈਣ ਵਾਲੇ ਉਸ ਪ੍ਰਭੂ ਨੂੰ ਯਾਦ ਕਰੋ, ਉਹਦੇ ਗੁਣਾਂ ਨੂੰ ਆਪਣੀ ਸੋਚ ਅੰਦਰ ਵਸਾਓ, ਜਿਸ ਨੇ ਜਗਤ ਪੈਦਾ ਕਰਕੇ ਸਾਰੇ ਜਗਤ ਨੂੰ ਆਪਣੇ ਹੁਕਮ ਦੇ ਅੰਦਰ ਰੱਖਿਆ ਹੋਇਆ ਹੈ। ਇਹ ਚੀਜ਼ ਸਮਝਣ ਵਾਲੀ ਹੈ। ਇੱਥੇ ਹਰ ਚੀਜ਼ ਸਿਸਟਮ ਦੇ ਅੰਦਰ ਹੈ। ਹੁਕਮ, ਰਜ਼ਾ, ਭਾਣਾ, ਲੇਖ ਦਾ ਮਤਲਬ ਹੈ ਸਿਸਟਮ। ਹਰ ਚੀਜ਼ ਦਾ ਸਿਸਟਮ ਹੈ, ਚਾਹੇ ਉਹ ਸੁੱਖ ਨੇ, ਚਾਹੇ ਉਹ ਦੁੱਖ ਨੇ, ਇੱਜ਼ਤ ਹੈ, ਬੇਇੱਜ਼ਤੀ ਹੈ, ਉੱਚਾ ਹੈ, ਨੀਵਾਂ ਹੈ, ਪੜ੍ਹਨਾ ਹੈ ਜਾਂ ਅਨਪੜ੍ਹਤਾ ਹੈ, ਕੋਈ ਚੀਜ਼ ਦੇ ਅੰਦਰ ਬੰਦਾ ਕਾਮਯਾਬ ਹੈ ਜਾਂ ਨਾ ਕਾਮਯਾਬ ਹੈ, ਸਾਰੇ ਦਾ ਸਾਰਾ ਸਿਸਟਮ ਦੇ ਅੰਦਰ ਹੈ। ਹਰ ਚੀਜ਼ ਦੀ ਰਿਕੁਆਇਰਮੈਂਟ ਹੈ। ਜਿਸ ਚੀਜ਼ ਦੀ ਰਿਕੁਆਇਰਮੈਂਟ ਪੂਰੀ ਕਰੋਗੇ ਉਹ ਚੀਜ਼ ਮਿਲੇਗੀ, ਜੇ ਰਿਕੁਆਇਰਮੈਂਟ ਪੂਰੀ ਨਹੀਂ ਕਰੋਗੇ ਤਾਂ ਨਹੀਂ ਮਿਲੇਗੀ। ਇੱਥੇ ਜੇਕਰ ਅੰਬ ਖਾਣਾ ਹੈ ਨਾ, ਦੱਸਾਂ ਅੰਬ ਦੀ ਗੁਠਲੀ ਅੱਜ ਬੀਜੋਗੇ ਤਾਂ ਸਿਸਟਮ ਦੇ ਅੰਦਰ ਹੈ 4-5 ਸਾਲ ਲੱਗਣਗੇ, ਤੇ ਜੇ ਅੰਬ ਦੀ ਗੁਟਕੀ ਨੂੰ ਤੋੜੋ, ਗੁਠਲੀ ਨੂੰ, ਕਿ ਇਹਦੇ ਵਿੱਚੋਂ ਅੰਬ ਕੱਢ ਕੇ ਖਾਈਏ ਤਾਂ ਕੱਖ ਵੀ ਨਹੀਂ ਮਿਲਣਾ। ਸਿਸਟਮ ਹੈ, ਉਹਨੂੰ ਬੀਜੋਗੇ, ਉੱਗੇਗੀ, 4-5 ਸਾਲ ਪੇਸ਼ੈਂਸ ਰੱਖੋਗੇ, ਪਾਲੋਗੇ, ਫਿਰ ਅੰਬ ਲੱਗਣਗੇ। ਇਹ ਰਿਕੁਆਇਰਮੈਂਟ, ਜੋ ਇਹ ਰਿਕੁਆਇਰਮੈਂਟ ਪੂਰੀ ਕਰੇਗਾ ਉਹ ਅੰਬ ਖਾ ਸਕੇਗਾ, ਦੂਜਾ ਨਹੀਂ। ਤਾਂ ਗੁਰੂ ਜੀ ਕਹਿੰਦੇ ਨੇ ਤੁਸੀਂ ਉਸ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ ਦੇ ਗੁਣਾਂ ਦੇ ਧਾਰਨੀ ਹੋਵੋ, ਜਿਸ ਨੇ ਪੂਰੇ ਜਗਤ ਨੂੰ, ਯੂਨੀਵਰਸ ਨੂੰ ਪੈਦਾ ਕਰਕੇ ਆਪਣੇ ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ ਰੱਖਿਆ ਹੋਇਆ ਹੈ। ਸ਼ਲੋਕ ਮਹਿਲਾ ਚੌਥਾ। ਮਨ ਅੰਤਰ ਹਉਮੈ ਰੋਗ ਹੈ, ਪ੍ਰਮ ਭੂਲੇ ਮਨਮੁਖ ਦੁਰਜਨਾ। ਦੁਰਜਨਾ ਦਾ ਮਤਲਬ ਖੋਟੇ ਪੁਰਸ਼, ਮਾੜੇ ਜੋ ਪੁਰਸ਼ ਨੇ, ਜਿਨ੍ਹਾਂ ਦੀ ਸੋਚ, ਬੋਲ ਬਾਣੀ, ਬਿਹੇਵੀਅਰ ਮਾੜਾ ਹੈ। ਭਰਮ ਭੁੱਲੇ ਦਾ ਮਤਲਬ ਭਰਮ ਦੇ ਅੰਦਰ ਭੁੱਲੇ ਪਏ ਨੇ, ਮਤਲਬ ਕੁਰਾਹੇ ਪਏ ਹੋਏ ਨੇ, ਭਟਕਣਾ ਵਿੱਚ ਪਏ ਹੋਏ ਨੇ। ਤੇ ਯਾਦ ਰੱਖਣਾ, ਜੋ ਇਨਸਾਨ ਭਰਮ ਦੇ ਅੰਦਰ ਪੈ ਜਾਏ ਉਹ ਕਦੇ ਆਪਣੇ ਡੈਸਟੀਨੇਸ਼ਨ ਤੇ ਨਹੀਂ ਪਹੁੰਚਦਾ। ਚੱਲ ਰਿਹਾ ਹੈ, ਲਗਾਤਾਰ ਚੱਲ ਰਿਹਾ ਹੈ, ਯਤਨ ਕਰ ਰਿਹਾ ਹੈ, ਲੇਕਿਨ ਗਲਤ ਦਿਸ਼ਾ ਦੇ ਅੰਦਰ। ਤੇ ਜਦੋਂ ਗਲਤ ਦਿਸ਼ਾ ਵੱਲ ਕੋਈ ਯਾਤਰਾ ਕਰੇਗਾ ਉਹ ਆਪਣੇ ਡੈਸਟੀਨੇਸ਼ਨ ਤੇ ਨਹੀਂ ਪਹੁੰਚ ਪਾਏਗਾ। ਇਹਨੂੰ ਕਹਿੰਦੇ ਨੇ ਭਰਮ ਦੇ ਅੰਦਰ ਭੁੱਲਣਾ। ਦੁਰਜਨਾ ਦਾ ਮਤਲਬ ਦੁਸ਼ਟ ਪੁਰਸ਼, ਭਟਕਣਾ ਦੇ ਵਿੱਚ ਪੈ ਕੇ। ਮਨ ਅੰਤਰ ਹਉਮੈ ਰੋਗ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਦੁਰਾਚਾਰੀ ਮਨੁੱਖ ਭਟਕਣਾ ਦੇ ਕਾਰਨ ਕੁਰਾਹੇ ਪਏ ਹੋਏ ਨੇ। ਕਿਉਂ ਪਏ ਹੋਏ ਨੇ? ਕਿਉਂਕਿ ਉਹਨਾਂ ਦੇ ਮਨ ਦੇ ਅੰਦਰ ਹਉਮੈ ਦਾ ਰੋਗ ਟਿਕਿਆ ਹੋਇਆ ਹੈ। ਮਨ ਅੰਤਰ ਹਉਮੈ ਰੋਗ ਹੈ, ਭਰਮ ਭੂਲੇ ਮਨਮੁਖ ਦੁਰਜਨਾ। ਆਪ ਖੁਦਰੇ ਖੋਟੇ ਮਨੁੱਖ ਮਾਇਆ ਦੀ ਭਟਕਣਾ ਵਿੱਚ ਪੈ ਕੇ ਜੀਵਨ ਦੇ ਅਸਲ ਰਾਸਤੇ ਤੋਂ ਖੁੰਝੇ ਹੋਏ ਨੇ, ਕਿਉਂਕਿ ਉਹਨਾਂ ਦੇ ਅੰਦਰ ਹਉਮੈ ਦਾ ਰੋਗ ਹੈ। ਹੁਣ ਇਹ ਚੀਜ਼ ਨੂੰ ਸਮਝ ਲੈਣਾ, ਵੈਸੇ ਇਸ ਤੋਂ ਪਹਿਲਾਂ ਮੈਂ ਕਈ ਵਾਰ ਇਹਦੀ ਵਿਚਾਰ ਕਰ ਚੁੱਕਾ। ਹਉਮੈ ਦੇ ਦੋ ਵਿੰਗੜੇ ਹੋਏ ਰੂਪ ਨੇ, ਇੱਕ ਹੈ ਸੁਪਰੀਓਰਿਟੀ ਕੰਪਲੈਕਸ ਔਰ ਇੱਕ ਹੈ ਇਨਫੀਰੀਓਰਿਟੀ ਕੰਪਲੈਕਸ। ਇਹ ਦੋਵੇਂ ਹੀ ਗਲਤ ਨੇ। ਇੱਕ ਬੰਦਾ ਕਹਿੰਦਾ ਹੈ ਕਿ ਮੈਂ ਹੀ ਠੀਕ ਹਾਂ, ਬਾਕੀ ਸਾਰੇ ਦੇ ਸਾਰੇ ਗਲਤ ਨੇ, ਜੋ ਮੈਂ ਕਹਿ ਰਿਹਾ ਉਹ ਬਿਲਕੁਲ ਠੀਕ ਹੈ। ਤੇ ਐਸੇ ਲੋਕ ਜਿਹੜੇ ਨੇ ਉਹ ਕਦੇ ਵੀ ਕੁਝ ਨਵਾਂ ਸਿੱਖ ਨਹੀਂ ਸਕਦੇ, ਔਰ ਕਦੇ ਵੀ ਐਸੇ ਲੋਕਾਂ ਦੇ ਸੰਬੰਧ ਸੁਖਾਵੇਂ ਨਹੀਂ ਹੋ ਸਕਦੇ, ਔਰ ਉਹ ਜ਼ਿੰਦਗੀ ਦੇ ਵਿੱਚ ਆਤਮਿਕ ਜੀਵਨ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ, ਜਿਨ੍ਹਾਂ ਵਿੱਚ ਸੁਪਰੀਓਰਿਟੀ ਕੰਪਲੈਕਸ ਹੈ। ਫਾਰ ਐਗਜ਼ਾਮਪਲ, ਹੁਣ ਮੇਰੇ ਕੋਲ ਫੋਨ ਹੈ, ਮੈਨੂੰ ਫੋਨ ਆਪਰੇਟ ਕਰਨਾ ਨਹੀਂ ਆ ਰਿਹਾ,
ਤੇ ਮੇਰੇ ਕੋਲ ਦੋ ਬੱਚੇ ਬੈਠੇ ਨੇ, ਮੇਰੀ ਪੋਤਰੀ ਵੀ ਔਰ ਦੋਤਰਾ ਵੀ। ਇਹਨਾਂ ਦੀ ਉਮਰ ਛੋਟੀ ਹੈ, ਇਹ ਫੋਨ ਦੇ ਮਾਸਟਰ ਨੇ, ਤੇ ਜੇ ਮੈਂ ਇਹਨਾਂ ਤੋਂ ਸਿੱਖਾਂ ਤਾਂ ਇਹ ਮੈਨੂੰ ਸਿਖਾ ਸਕਦੇ ਨੇ। ਪਰ ਕਿਉਂਕਿ ਮੇਰੇ ਅੰਦਰ ਸੁਪਰੀਓਰਿਟੀ ਕੰਪਲੈਕਸ ਹੈ ਕਿ ਮੈਂ ਹੀ ਗਿਆਨੀ ਹਾਂ, ਮੈਂ ਹੀ ਵੱਡਾ ਹਾਂ, ਮੇਰੇ ਕੋਲ ਨੌਲੇਜ ਹੈ, ਉਹ ਹੀ ਠੀਕ ਹੈ, ਤਾਂ ਮੈਂ ਇਹਨਾਂ ਤੋਂ ਸਿੱਖ ਨਹੀਂ ਪਾਵਾਂਗਾ। ਇਹਨਾਂ ਤੋਂ ਸਿੱਖਣ ਵਾਸਤੇ ਮੈਨੂੰ ਆਪਣੀ ਹਉਮੈ ਛੱਡਣੀ ਹੋਵੇਗੀ, ਤੇ ਜੇ ਮੈਂ ਹਉਮੈ ਨਹੀਂ ਛੱਡਾਂਗਾ ਮੈਂ ਨਹੀਂ ਸਿੱਖ ਪਾਵਾਂਗਾ, ਪਹਿਲੀ ਗੱਲ। ਦੂਜੀ ਹੈ ਇਨਫੀਰੀਓਰਿਟੀ ਕੰਪਲੈਕਸ। ਸੁਪਰੀਓਰਿਟੀ ਕੰਪਲੈਕਸ ਵਾਲਾ ਬੰਦਾ ਇਹ ਕਹਿੰਦਾ ਜੋ ਕੁਛ ਆ ਮੈਂ ਹੀ ਠੀਕ ਹਾਂ, ਤੇ ਇਨਫੀਰੀਓਰਿਟੀ ਕੰਪਲੈਕਸ ਵਾਲਾ ਬੰਦਾ ਇਹ ਸੋਚਦਾ ਹੈ ਕਿ ਮੈਂ ਤੇ ਕੁਛ ਵੀ ਨਹੀਂ, ਮੇਰੀ ਯਾਦਦਾਸ਼ਤ ਠੀਕ ਨਹੀਂ ਹੈ, ਮੈਨੂੰ ਤਾਂ ਕੋਈ ਲਾਇਕ ਨਹੀਂ ਕਰਦਾ, ਮੇਰੇ ਅੰਦਰ ਤਾਂ ਕੋਈ ਚੰਗੀ ਕੁਆਲਿਟੀ ਨਹੀਂ ਹੈ, ਮੈਂ ਤਾਂ ਕਦੇ ਕਾਮਯਾਬ ਨਹੀਂ ਹੋ ਸਕਦਾ, ਇਹਦੇ ਨਾਲੋਂ ਤੇ ਰੱਬ ਚੁੱਕ ਹੀ ਲਵੇ ਤਾਂ ਚੰਗਾ ਹੈ। ਜਿਹਦੇ ਅੰਦਰ ਇਹ ਵਿਚਾਰ ਹੈ ਉਹ ਬੰਦਾ ਵੀ ਕਦੇ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹਨੂੰ ਆਪਣੇ ਆਪ ਦੇ ਉੱਤੇ ਵਿਸ਼ਵਾਸ ਨਹੀਂ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਮਨਮੁਖ ਨੇ ਉਹ ਹਉਮੈ ਦੇ ਕਾਰਨ ਭਟਕਣਾ ਦੇ ਅੰਦਰ ਪਏ ਹੋਏ ਨੇ। ਇਸ ਲਈ ਹਰ ਇਨਸਾਨ ਦੇ ਅੰਦਰ ਪੋਸੀਬਿਲਿਟੀ ਹੈ। ਗੁਰੂ ਜੀ ਦਾ ਪਾਵਨ ਬਚਨ ਹੈ, ਸਭ ਮੈਂ ਜੋਤ ਜੋਤ ਹੈ ਸੋਏ, ਐਸੇ ਵਾਰੀ ਤੁਸੀਂ ਜਿੱਤ ਸਕਦੇ ਹੋ, ਆਗਾਹੂ ਕੂ ਤਰਾਗ, ਇੱਛਾ ਫੇਰ ਨਾ ਮੁਹੜਾ, ਨਾਨਕ ਸਿਜ ਇਵੇਹਾ ਵਾਰ, ਬਹੁੜ ਨਾ ਹੋਵੀ ਜਨਮੜਾ। ਕਿ ਪੋਜ਼ਿਟਿਵ ਸੋਚੋ, ਸਕਾਰਾਤਮਕ ਸੋਚੋ, ਤੁਸੀਂ ਜਿੱਤ ਸਕਦੇ ਹੋ। ਪਰ ਗੁਰੂ ਜੀ ਕਹਿੰਦੇ ਨੇ ਜੋ ਮਨ ਦੇ ਪਿੱਛੇ ਤੁਰਨ ਵਾਲੇ ਆਪ ਹੁਦਰੇ ਦੁਸ਼ਟ ਲੋਕ ਨੇ, ਉਹਨਾਂ ਦੀ ਜ਼ਿੰਦਗੀ ਅੰਦਰ ਹਉਮੈ ਦਾ ਰੋਗ ਹੈ, ਇਸ ਲਈ ਉਹ ਜੀਵਨ ਦੇ ਅਸਲ ਰਾਸਤੇ ਤੋਂ ਭਟਕੇ ਹੋਏ ਨੇ। ਨਾਨਕ ਰੋਗ ਵੰਜਾਏ, ਮਿਲ ਸਤਿਗੁਰ ਸਾਧੂ ਸਜਣਾ। ਇਹਨੂੰ ਵੰਜਾਏ ਨਹੀਂ ਪੜਨਾ, ਔਰ ਜੱਜਾ ਵੀ ਨਹੀਂ ਬੋਲਣਾ ਤੇ ਝੱਜਾ ਵੀ ਨਹੀਂ, ਨੰਨਾ ਹੈ ਨੰਨਾ, ਵੰਜਾਏ। ਨਾਨਕ ਰੋਗ ਵੰਜਾਏ, ਵੰਜਾਏ ਦਾ ਮਤਲਬ ਗਵਾ, ਦੂਰ ਕਰ। ਹੁਣ ਇਸ ਚੀਜ਼ ਦੀ ਸਮਝ ਤੇ ਆ ਗਈ ਕਿ ਇਨਫੀਰੀਓਰਿਟੀ ਕੰਪਲੈਕਸ ਔਰ ਸੁਪਰੀਓਰਿਟੀ ਕੰਪਲੈਕਸ ਇਹ ਦੋਵੇਂ ਚੀਜ਼ਾਂ ਗਲਤ ਨੇ। ਪਰ ਸਵਾਲ ਪੈਦਾ ਹੁੰਦਾ ਹੈ ਕਿ ਇਹਨੂੰ ਦੂਰ ਕਿਵੇਂ ਕੀਤਾ ਜਾਏ, ਇਹਦੇ ਚੋਂ ਬਾਹਰ ਕਿਵੇਂ ਆਇਆ ਜਾਏ। ਪ੍ਰੋਬਲਮ ਇਹ ਹੈ ਕਿਉਂਕਿ ਹਰ ਚੀਜ਼ ਦਾ ਮੈਥਡ ਹੈ, ਹਰ ਚੀਜ਼ ਨੂੰ ਪਾਉਣ ਦਾ ਕੋਈ ਢੰਗ ਹੈ, ਕੋਈ ਤਰੀਕਾ ਹੈ। ਜੇ ਇੰਜੀਨੀਅਰ ਬਣਨਾ ਹੈ ਤਾਂ ਉਹਦੇ ਵਾਸਤੇ ਪੂਰੀ ਦੀ ਪੂਰੀ ਇੱਕ ਪੜ੍ਹਾਈ ਹੈ, ਜੇ ਡਾਕਟਰ ਬਣਨਾ ਹੈ ਤਾਂ ਪੂਰੀ ਦੀ ਪੂਰੀ ਇੱਕ ਪੜ੍ਹਾਈ ਹੈ। ਨੈਗੇਟਿਵਿਟੀ ਵਿੱਚੋਂ ਜੇ ਪੋਜ਼ਿਟਿਵਿਟੀ ਵਿੱਚ ਜਾਣਾ ਹੈ ਤਾਂ ਉਹਦੇ ਵਾਸਤੇ ਪੂਰੇ ਦਾ ਪੂਰਾ ਇੱਕ ਮੈਥਡ ਹੈ, ਜਿਹਨੂੰ ਅਸੀਂ CBT ਰਾਹੀਂ, ਕੋਗਨੀਟਿਵ ਬਿਹੇਵੀਅਰ ਥੈਰੇਪੀ ਰਾਹੀਂ ਸਮਝ ਸਕਦੇ ਹਾਂ। ਜੇ ਸਾਡੇ ਅੰਦਰ ਕੋਈ ਰੋਗ ਹੈ ਤਾਂ ਉਹਨੂੰ ਦੂਰ ਕਿਵੇਂ ਕਰੀਏ, ਤਾਂ ਗੁਰੂ ਜੀ ਸਾਨੂੰ ਸਾਧਨ ਦੱਸ ਰਹੇ ਨੇ, ਨਾਨਕ ਰੋਗ ਵੰਜਾਏ, ਕਿ हे ਨਾਨਕ ਆਪਣੇ ਇਸ ਰੋਗ ਨੂੰ ਦੂਰ ਕਰ। ਤੇ ਦੂਰ ਕਿਵੇਂ ਕਰਾਂ? ਮਿਲ ਸਤਿਗੁਰ ਸਾਧੂ ਸੱਜਣਾ। ਗੁਰੂ ਰੂਪ ਸਾਧੂ ਸੱਜਣ ਨੂੰ ਮਿਲ ਕੇ ਇਹ ਰੋਗ ਦੂਰ ਕੀਤਾ ਜਾ ਸਕਦਾ ਹੈ। ਯਾਨੀ ਇਸ ਹਉਮੈ ਦੇ ਰੋਗ ਨੂੰ ਦੂਰ ਕਰਨ ਵਾਸਤੇ ਸਾਧਨ ਹੈ ਗੁਰੂ ਦਾ ਮਿਲਾਪ। ਹੁਣ ਇਹ ਚੀਜ਼ ਅਰਥ ਤਾਂ ਅਸੀਂ ਸਮਝ ਲਿਆ ਕਿ ਗੁਰੂ ਨੂੰ ਮਿਲ ਕੇ ਤੇ ਇਸ ਰੋਗ ਨੂੰ ਦੂਰ ਕਰ। ਲੇਕਿਨ ਸਵਾਲ ਪੈਦਾ ਇਹ ਹੁੰਦਾ ਹੈ ਕਿ ਗੁਰੂ ਨੂੰ ਤੇ ਅਸੀਂ ਰੋਜ਼ ਮਿਲ ਰਹੇ ਹਾਂ। ਬਹੁਤ ਸਾਰੇ ਲੋਕ ਨੇ ਜੋ ਰੋਜ਼ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਨੇ, ਸਵੇਰੇ ਉੱਠ ਕੇ ਉਹ ਨਿਤਨੇਮ ਕਰਦੇ ਨੇ, ਗੁਰਬਾਣੀ ਦਾ ਪਾਠ ਕਰਦੇ ਨੇ, ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਨੇ, 5 ਬਾਣੀਆਂ ਪੜ੍ਹ ਰਹੇ ਨੇ, ਇਸ ਇਲਾਵਾ ਸਹਿਜ ਪਾਠ ਕਰ ਰਹੇ ਨੇ, ਗੁਰਦੁਆਰਾ ਜਾ ਰਹੇ ਨੇ, ਕਥਾ ਕਰ ਰਹੇ ਨੇ, ਕਥਾ ਸੁਣ ਰਹੇ ਨੇ, ਕੀਰਤਨ ਕਰ ਰਹੇ ਨੇ, ਕੀਰਤਨ ਸੁਣ ਰਹੇ ਨੇ। ਤਾਂ ਕੀ ਸਾਰਿਆਂ ਦਾ ਰੋਗ ਦੂਰ ਹੋ ਗਿਆ? ਬਿਲਕੁਲ ਵੀ ਨਹੀਂ, ਬਿਲਕੁਲ ਵੀ ਨਹੀਂ ਹੋਇਆ। ਬਹੁਤਿਆਂ ਦਾ ਨਹੀਂ ਹੋਇਆ। ਇਹਦਾ ਮਤਲਬ ਇਹ ਨਹੀਂ ਕਿ ਸਾਰਿਆਂ ਦਾ ਨਹੀਂ ਹੋਇਆ, ਬਹੁ ਗਿਣਤੀ ਦਾ ਨਹੀਂ ਹੋਇਆ। ਔਰ ਬਹੁ ਗਿਣਤੀ ਜੋ ਬਾਣੀ ਪੜਨ ਸੁਣਨ ਵਾਲੇ ਨੇ, ਉਹਨਾਂ ਵਿੱਚ ਤੁਸੀਂ ਅਹੰਕਾਰੀ ਲੋਕ ਲੱਭੋਗੇ, ਗੁਰਮਤਿ ਤੋਂ ਦੂਰ ਜਾਂਦੇ ਹੋਏ ਲੱਭੋਗੇ। ਤਾਂ ਗੁਰੂ ਨੂੰ ਮਿਲਣਾ ਕੀ ਹੈ? ਸਮਝ ਵਾਲੀ ਗੱਲ ਇਹ ਹੈ, ਗੁਰੂ ਨੂੰ ਮਿਲਣ ਦਾ ਮਤਲਬ ਹੈ ਕਿ ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਮੁਤਾਬਕ ਜ਼ਿੰਦਗੀ ਜੀਓ। ਮਨ ਦੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋ। ਜੋ ਵੇ ਆਫ ਲਾਈਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਹੇ ਨੇ, ਉਸ ਵੇ ਆਫ ਲਾਈਫ ਨੂੰ ਅਪਣਾਓ, ਇਸ ਚੀਜ਼ ਨੂੰ ਇੰਪਲੀਮੈਂਟ ਕਰੋ। ਤਾਂ ਹੀ ਹੈ ਨਾ ਗੁਰੂ ਦੇ ਵਿੱਚ ਮਿਲਣਾ। ਜਿਵੇਂ ਮੈਂ ਆਮ ਇੱਕ ਮਿਸਾਲ ਦੇ ਰਿਹਾ ਹਾਂ ਕਿ ਇੱਕ ਪੱਥਰ ਦਾ ਟੁਕੜਾ ਲਓ, ਇੱਕ ਪਤਾਸਾ ਲਓ ਤੇ ਉਹਨੂੰ ਪਾਣੀ ਦੇ ਭਰੇ ਟੱਬ ਵਿੱਚ ਪਾ ਦਿਓ ਤੇ ਦੋਵਾਂ ਨੂੰ 2 ਪਲ ਬਾਅਦ ਬਾਹਰ ਕੱਢੋ, ਤਾਂ ਪਤਾਸਾ ਤਾਂ 10 ਸਾਲ ਬਾਅਦ ਵੀ ਨਹੀਂ, ਇੱਕ ਪਲ ਬਾਅਦ ਵੀ ਨਹੀਂ ਨਿਕਲੇਗਾ। ਤੇ ਪੱਥਰ 10 ਸਾਲ ਬਾਅਦ ਵੀ ਕੱਢ ਕੇ ਕਿਸੇ ਦੇ ਸਿਰ 'ਚ ਮਾਰੋਗੇ, ਸਿਰ ਲਹੂ ਲੁਹਾਨ ਕਰੇਗਾ, ਪਾੜੇਗਾ ਨਾ ਸਿਰ। 100 ਸਾਲ ਬਾਅਦ ਵੀ, 200 ਸਾਲ ਬਾਅਦ ਵੀ ਨਿਕਲੇਗਾ, ਪਤਾਸਾ ਨਹੀਂ ਨਿਕਲੇਗਾ। ਕਿਉਂ? ਕਿ ਪਤਾਸਾ ਪਾਣੀ ਦੇ ਅੰਦਰ ਮਿਲ ਗਿਆ। ਪੱਥਰ ਕਿਉਂ ਨਿਕਲ ਆਇਆ? ਉਹ ਮਿਲਿਆ ਨਹੀਂ। ਗੁਰੂ ਦੇ ਚਰਨਾਂ ਵਿੱਚ 2 ਤਰ੍ਹਾਂ ਦੇ ਲੋਕ ਆਉਂਦੇ ਨੇ।
ਇੱਕ ਪਤਾਸੇ ਦੀ ਤਰ੍ਹਾਂ ਔਰ ਇੱਕ ਪੱਥਰ ਦੀ ਤਰ੍ਹਾਂ। ਹਜ਼ਾਰਾਂ ਲੋਕ ਨੇ ਪੱਥਰ ਦੀ ਤਰ੍ਹਾਂ ਬੈਠੇ ਨੇ, ਉਹਨਾਂ ਤੇ ਬਾਣੀ ਦਾ ਇੰਨਾ ਵੀ ਅਸਰ ਨਹੀਂ ਹੈ। ਜਿਵੇਂ ਪਹਿਲਾਂ ਜ਼ਿੰਦਗੀ ਸੀ, ਅੱਜ ਵੀ ਜ਼ਿੰਦਗੀ ਉਵੇਂ ਹੈ। ਤਾਂ ਗੁਰੂ ਜੀ ਕਹਿੰਦੇ ਨੇ ਐਵੇਂ ਹੋਵੇਂ ਦਾ ਰੂਪ ਦੂਰ ਨਹੀਂ ਹੋਣਾ, ਪਤਾਸੇ ਦੀ ਤਰ੍ਹਾਂ ਮਿਲ ਜਾਓ, ਆਪਣੀ ਸੋਚ ਨੂੰ ਬਦਲ ਲਓ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਵੋ, ਤਾਂ ਇਹ ਤੁਹਾਡੀ ਇਨਫੀਰੀਓਰਿਟੀ ਕੰਪਲੈਕਸ ਔਰ ਸੁਪਰੀਓਰਿਟੀ ਕੰਪਲੈਕਸ ਖਤਮ ਹੋ ਸਕਦਾ ਹੈ। ਇਸ ਤਰ੍ਹਾਂ ਇਸ ਹਉਮੈ ਤੋਂ ਅਸੀਂ ਬਾਹਰ ਆ ਸਕਦੇ ਹਾਂ। ਮਹਿਲਾ ਚੌਥਾ, ਮਨ ਤਨ ਤਾਮ ਸਗਾਰਵਾ ਜਾਂ ਦੇਖਾਂ ਹਰ ਨੈਣੀ। ਇਹਨੂੰ ਦੇਖਾਂ ਨਹੀਂ ਪੜਨਾ, ਦੇਖਾਂ। ਜੇ ਦੇਖਾ ਪੜਾਂਗੇ ਨਾ, ਦੇਖਾ, ਤਾਂ ਇਹ ਪਾਸਟ ਟੈਂਸ ਦੇ ਅੰਦਰ ਹੋ ਜਾਏਗਾ ਵੀ ਵੇਖਿਆ, ਪਿੱਛੇ ਕੋਈ ਚੀਜ਼ ਵੇਖੀ। ਇੱਥੇ ਦੇਖਾਂ ਇੱਕ ਤਾਂ ਆਪਣੀ ਗੱਲ ਹੈ ਫਸਟ ਪਰਸਨ ਦੀ, ਔਰ ਪ੍ਰੈਜ਼ੈਂਟ ਦੀ ਗੱਲ ਹੈ। ਮਨ ਤਨ ਤਾਮ, ਤਾਮ ਦਾ ਮਤਲਬ ਤਦੋਂ, ਸਗਾਰਵਾ ਦਾ ਮਤਲਬ ਹੈ ਗੌਰਾ, ਯਾਨੀ ਆਦਰ ਯੋਗ, ਸਤਕਾਰ ਯੋਗ, ਸਤਕਾਰ ਦੇਣ ਯੋਗ। ਮਨ ਤਨ ਤਾਮ ਸਗਾਰਵਾ ਜਾਂ ਦੇਖਾਂ ਹਰ ਨੈਣੀ। ਮੇਰਾ ਇਹ ਮਨ ਔਰ ਇਹ ਸਰੀਰ ਤਦੋਂ ਹੀ ਆਦਰ ਯੋਗ ਹੋ ਸਕਦਾ ਹੈ ਜਦੋਂ ਮੈਂ ਆਪਣੀਆਂ ਅੱਖਾਂ ਦੇ ਨਾਲ ਰੱਬ ਨੂੰ ਵੇਖਾਂ। ਤਾਂ ਮੇਰਾ ਇਹ ਸਰੀਰ, ਮੇਰਾ ਮਨ ਔਰ ਮੇਰਾ ਤਨ ਸਤਿਕਾਰਯੋਗ ਹੋ ਸਕਦਾ ਹੈ ਜੇ ਮੈਂ ਆਪਣੀਆਂ ਅੱਖਾਂ ਦੇ ਨਾਲ ਰੱਬ ਨੂੰ ਵੇਖਾਂ। ਹੁਣ ਅਸੀਂ ਆਮ ਇਹ ਗੱਲ ਕਹਿੰਦੇ ਆ, 99% ਜੋ ਲੋਕ ਨੇ ਦੁਨੀਆ ਦੇ, ਉਹਨਾਂ ਦੀ ਸ਼ਿਕਾਇਤ ਹੈ ਕਿ ਸਾਨੂੰ ਆਦਰ ਨਹੀਂ ਮਿਲਦਾ। ਦੁਨੀਆ ਦੇ ਵਿੱਚ ਆਦਰ ਸਤਿਕਾਰ ਦੀ ਭਾਵਨਾ ਘਟ ਰਹੀ ਹੈ। ਮੇਰਾ ਲੋਕ ਸਤਿਕਾਰ ਨਹੀਂ ਕਰਦੇ, ਮੈਨੂੰ ਲੋਕ ਪਿਆਰ ਨਹੀਂ ਕਰਦੇ। ਤਾਂ ਪਿਆਰ ਔਰ ਆਦਰ ਕਦੇ ਮੰਗਿਆ ਨਹੀਂ ਮਿਲਦਾ, ਪਿਆਰ ਔਰ ਆਦਰ ਕਮਾਣਾ ਪੈਂਦਾ ਹੈ। ਤੇ ਦੱਸ ਰਹੇ ਨੇ ਕਿ ਮੇਰਾ ਮਨ ਔਰ ਤਨ ਤਾਂ ਸਤਿਕਾਰਯੋਗ ਹੈ ਜੇ ਮੈਂ ਅੱਖਾਂ ਦੇ ਨਾਲ ਰੱਬ ਨੂੰ ਵੇਖਾਂ। ਹੁਣ ਮੈਂ ਤੁਹਾਨੂੰ ਕਹਾਂ ਕਲਾਸ ਵਾਲਿਆਂ ਨੂੰ ਕਿ ਤੁਸੀਂ ਮੇਰਾ ਆਦਰ ਕਰੋ, ਮੇਰੇ ਨਾਲ ਪਿਆਰ ਕਰੋ। ਕਿ ਜੇ ਬਾਈ ਦੀ ਵੇ ਤੁਸੀਂ ਮੇਰੇ ਤੋਂ ਪੁੱਛ ਲਓ ਕਿ ਗਿਆਨ ਜੀ ਤੁਹਾਡੇ ਵਿੱਚ ਕਿਹੜੀ ਕੁਆਲਿਟੀ ਹੈ, ਕਿਹੜੀ ਕੁਆਲਿਟੀ ਕਰਕੇ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਸਾਡਾ ਆਦਰ, ਮੇਰਾ ਆਦਰ ਕਰੋ, ਕਿਹੜੀ ਕੁਆਲਿਟੀ ਹੈ ਜਿਸ ਕਰਕੇ ਤੁਹਾਨੂੰ ਆਦਰ ਦੇਈਏ, ਕਿਹੜੀ ਕੁਆਲਿਟੀ ਹੈ, ਕੀ ਕਾਰਨ ਨੇ ਜਿਨ੍ਹਾਂ ਕਰਕੇ ਅਸੀਂ ਤੁਹਾਨੂੰ ਪਿਆਰ ਕਰੀਏ। ਤਾਂ ਕੋਈ ਕਾਰਨ ਤਾਂ ਚਾਹੀਦਾ ਨਾ, ਕੋਈ ਕੁਆਲਿਟੀ ਤਾਂ ਚਾਹੀਦੀ ਹੈ ਨਾ। ਤਾਂ ਗੁਰੂ ਜੀ ਕਹਿੰਦੇ ਨੇ ਮੇਰਾ ਮਨ ਔਰ ਤਨ ਤਾਂ ਹੀ ਆਦਰਯੋਗ ਹੈ ਜੇ ਅੱਖਾਂ ਦੇ ਨਾਲ ਰੱਬ ਨੂੰ ਵੇਖਾਂ। ਹੁਣ ਅੱਖਾਂ ਨਾਲ ਰੱਬ ਨੂੰ ਵੇਖਿਆ ਸਤਿਕਾਰ ਕਿਵੇਂ ਮਿਲੇਗਾ? ਅੱਖਾਂ ਨਾਲ ਰੱਬ ਨੂੰ ਵੇਖਣ ਦਾ ਮਤਲਬ ਇੱਕ ਦੂਜੇ ਦੇ ਅੰਦਰ ਰੱਬ ਨੂੰ ਵੇਖਣਾ ਕਿ ਸਭ ਮੈਂ ਜੋ ਜੋਤ ਹੈ ਸੋਏ। ਇਹਦਾ ਮਤਲਬ ਦੂਜੇ ਬੰਦੇ ਨਾਲ ਰੱਬ ਵਰਗਾ ਪਿਆਰ ਔਰ ਬਿਹੇਵੀਅਰ ਕਰਨਾ। ਮੈਂ ਤੁਹਾਡੇ ਵਿੱਚ ਰੱਬ ਨੂੰ ਵੇਖ ਰਿਹਾ ਕਿ ਤੁਹਾਡੇ ਵਿੱਚ ਰੱਬ ਦੀ ਜੋਤ ਹੈ। ਤਾਂ ਰੱਬ ਦੀ ਜੋਤ ਤਾਂ ਹੀ ਹੈ ਨਾ ਕਿ ਜੇ ਮੈਂ ਤੁਹਾਨੂੰ ਪਹਿਲਾਂ ਹੱਥ ਜੋੜ ਕੇ ਫਤਿਹ ਬੁਲਾਵਾਂ, ਨਿਮਰਤਾ ਨਾਲ ਮਿਲਾਂ, ਤੁਹਾਡੇ ਚਰਨਾਂ ਵਿੱਚ ਹਾਜ਼ਰ ਰਹਾਂ, ਤੁਹਾਡੀ ਹੈਲਪ ਕਰਾਂ, ਤੁਹਾਨੂੰ ਆਦਰ ਸਤਿਕਾਰ ਦਿਆਂ, ਤੁਸੀਂ ਮੇਰੇ ਨਾਲ ਐਸਾ ਬਿਹੇਵੀਅਰ ਕਰੋ। ਜਿਹੜਾ ਬੰਦਾ ਇਸ ਟਾਈਪ ਦਾ ਬਿਹੇਵੀਅਰ ਕਰੇਗਾ ਉਹਨੂੰ ਮਾਨ ਆਦਰ ਔਰ ਸਤਿਕਾਰ ਮਿਲੇਗਾ। ਨਾਨਕ ਸੋ ਪ੍ਰਭ ਮੈਂ ਮਿਲੇ, ਹੋਂ ਜੀਵਾਂ ਸਦ ਸੁਣੇ। ਇੱਥੇ ਸਦ ਦਾ ਮਤਲਬ ਹੈ ਸ਼ਬਦ, ਆਵਾਜ਼। ਸੁਣੇ ਦਾ ਮਤਲਬ ਸੁਣ ਕੇ। ਤਾਂ ਗੁਰੂ ਜੀ ਕਹਿੰਦੇ ਨੇ ਨਾਨਕ ਸੋ ਪ੍ਰਭ ਮੈਂ ਮਿਲੇ, ਕਿ ਉਹ ਪ੍ਰਭੂ ਮੈਨੂੰ ਮਿਲਦਾ ਹੈ ਨਾ, ਤਦੋਂ ਮੈਂ ਉਸ ਦੀ ਸਿਫਤ ਸਲਾਹ ਦੀ ਗੱਲ ਸੁਣ ਕੇ ਜੀਵਾਂ ਦਾ ਮਤਲਬ ਆਤਮਿਕ ਜੀਵਨ ਹਾਸਲ ਕਰਦਾ ਹਾਂ। ਯਾਨੀ ਅਸਲ ਜ਼ਿੰਦਗੀ ਮੈਂ ਉਦੋਂ ਜੀ ਰਿਹਾ ਹੁੰਦਾ ਹਾਂ ਜਦੋਂ ਮੈਂ ਪ੍ਰਭੂ ਦੇ ਹੁਕਮ ਨੂੰ ਸੁਣਦਾ, ਉਹਦੀ ਸਿਫਤ ਸਲਾਹ ਸੁਣਦਾ, ਔਰ ਜਦੋਂ ਪ੍ਰਭੂ ਮੈਨੂੰ ਮਿਲਦਾ ਹੈ, ਯਾਨੀ ਮੈਂ ਰੱਬ ਵਿੱਚ ਮਿਲ ਕੇ ਰੱਬ ਵਰਗੀ ਜ਼ਿੰਦਗੀ ਜਦੋਂ ਜੀ ਰਿਹਾ ਹੁੰਦਾ, ਅਸਲੀ ਜੀਵਨ ਮੈਂ ਉਦੋਂ ਜੀ ਰਿਹਾ ਹੁੰਦਾ। ਔਰ ਇਹ ਵਿਚਾਰਾਂ ਆਪਾਂ ਬਹੁਤ ਵਾਰ ਕਰ ਚੁੱਕੇ ਹਾਂ ਕਿ ਇਨਸਾਨੀਅਤ ਵਾਲੀ ਜ਼ਿੰਦਗੀ ਇਸ ਦੁਨੀਆ ਵਿੱਚ ਬਹੁਤ ਘੱਟ ਲੋਕ ਜੀ ਰਹੇ ਨੇ। ਆਤਮਿਕ ਜੀਵਨ ਉਹੀ ਹੈ ਜਦੋਂ ਮਨ, ਬਚਨ ਔਰ ਕਰਮ ਕਰਕੇ ਗੁਣਾ ਵਾਲੀ ਜ਼ਿੰਦਗੀ ਜੀਵੀ ਜਾਏ। ਪੌੜੀ, ਜਗਨਨਾਥ ਜਗਦੀਸ਼ਰ ਕਰਤੇ ਅਪਰੰਪਰ ਪੁਰਖ ਅਤੋਲ। ਜਗਨਨਾਥ ਦਾ ਮਤਲਬ ਜਗਤ ਦਾ ਮਾਲਕ, ਅਪਰੰਪਰ ਦਾ ਮਤਲਬ ਪਾਰ ਤੋਂ ਰਹਿਤ, ਪੁਰਖ ਦਾ ਮਤਲਬ ਸਮਾਇਆ ਹੋਇਆ। हे जगत दे नाथ, हे जगत दे मालक, हे बेअंत करतार, तू सर्व व्यापक है, तेरी हस्ती दा अंदाजा नहीं लगाया जा सकता। हर नाम ध्यावो मेरे गुरसिखो, हर उत्तम हर नाम अमोल। मेरे गुरसिखो दा मतलब है कि हे मेरे गुरु दे सिखो, कि हे मेरे गुरु दे सिखो, प्रभु दी सिफत सलाह करो, क्योंकि प्रभु की जो सिफत सलाह है वो जीवन को उच्चा करने वाली है
ਔਰ ਪ੍ਰਭੂ ਦੀ ਜੋ ਸਿਫਤ ਸਲਾਹ ਹੈ ਉਹ ਕਿਸੇ ਮੁੱਲ ਤੋਂ ਨਹੀਂ ਮਿਲਦੀ। ਜੋ ਰੱਬੀ ਗੁਣ ਨੇ ਨਾ, ਜੋ ਸੱਚਾਈ ਹੈ, ਦਇਆ ਹੈ, ਪਿਆਰ ਹੈ, ਇਹਨੂੰ ਪੈਸਿਆਂ ਨਾਲ ਨਹੀਂ ਖਰੀਦਿਆ ਜਾ ਸਕਦਾ, ਇਹਨੂੰ ਵਰਤ ਨਰਾਤੇ ਸਰਾਧਾਂ ਨਾਲ ਨਹੀਂ ਪਾਇਆ ਜਾ ਸਕਦਾ, ਇਹਨੂੰ ਕਿਸੇ ਕਰਮ ਕਾਂਡ ਦੇ ਨਾਲ ਨਹੀਂ ਪਾਇਆ ਜਾ ਸਕਦਾ। ਇਹ ਅਮੁੱਲਕ ਚੀਜ਼ ਹੈ, ਮੁੱਲ ਤੋਂ ਰਹਿਤ ਹੈ। ਜਿਨ ਧਿਆਇਆ ਹਿਰਦੇ ਦਿਨਸ ਰਾਤ ਤੇ ਮਿਲੇ ਨਹੀਂ ਹਰ ਰੋਲ। ਇੱਥੇ ਰੋਲ ਦਾ ਮੀਨਿੰਗ ਹੈ ਸ਼ੱਕ। ਸ਼ੱਕ। ਜਿਨ ਧਿਆਇਆ ਦਾ ਮਤਲਬ ਇੱਥੇ ਹੁਣ ਜਿਨ ਦਾ ਨੰਨਾ ਮੁਕਤਾ ਹੈ, ਇੱਥੇ ਜਿਨ ਬਹੁਵਚਨੀ ਸ਼ਬਦ ਹੈ। ਜਿਨ ਧਿਆਇਆ ਦਾ ਮਤਲਬ ਜਿਨ੍ਹਾਂ ਨੇ ਧਿਆਨ ਵਿੱਚ ਰੱਖਿਆ। ਹਿਰਦੇ ਦਾ ਮਤਲਬ ਮਾਨਸਿਕਤਾ ਦੇ ਅੰਦਰ। ਜਿਨ੍ਹਾਂ ਮਨੁੱਖਾਂ ਨੇ ਦਿਨ ਰਾਤ ਯਾਨੀ ਹਰ ਵੇਲੇ ਆਪਣੀ ਸੋਚ ਦੇ ਅੰਦਰ ਰੱਬੀ ਗੁਣਾਂ ਨੂੰ ਵਸਾਇਆ, ਉਹ ਪ੍ਰਭੂ ਦੇ ਨਾਲ ਇੱਕ ਰੂਪ ਹੋ ਗਏ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਨਹੀਂ ਰੋਲ ਦਾ ਮਤਲਬ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਬਿਨਾਂ ਸ਼ੱਕ ਤੋਂ ਗਾਰੰਟੀ ਦੇ ਨਾਲ ਉਹ ਲੋਕ ਰੱਬ ਦੇ ਅੰਦਰ ਮਿਲ ਕੇ ਰੱਬ ਵਰਗੇ ਹੋ ਗਏ, ਜਿਨ੍ਹਾਂ ਨੇ ਦਿਨ ਰਾਤ ਹਰ ਵੇਲੇ ਰੱਬੀ ਗੁਣਾਂ ਨੂੰ ਆਪਣੀ ਸੋਚ ਦੇ ਅੰਦਰ ਵਸਾਇਆ। ਦੇਖੋ ਕਿੰਨਾ ਸੌਖਾ ਕੰਮ ਹੈ ਰੱਬ ਵਰਗਾ ਹੋਣਾ, ਰੱਬ ਦੇ ਵਿੱਚ ਮਿਲਣਾ। ਸਿਰਫ ਗੁਣਾਂ ਵਾਲੀ ਜ਼ਿੰਦਗੀ ਜੀਣੀ ਹੈ। ਜੀ ਤਾਂ ਅਸੀਂ ਰਹੇ ਹੀ ਹਾਂ, ਬੋਲਣਾ ਤਾਂ ਅਸਾਂ ਹੈ। ਜਦ ਬੋਲਣਾ ਹੈ ਤੇ ਸੱਚ ਬੋਲ ਲਓ, ਪਿਆਰ ਨਾਲ ਬੋਲ ਲਓ। ਦੇਖਣਾ ਹੈ ਪਿਆਰ ਨਾਲ ਦੇਖ ਲਓ। ਕੰਮ ਕਰਨਾ ਹੀ ਹੈ ਤਾਂ ਫਿਰ ਸੱਚੀ ਸੁੱਚੀ ਕਿਰਤ ਕਰ ਲਓ। ਜਦੋਂ ਪੈਰਾਂ ਨਾਲ ਤੁਰਨਾ ਹੀ ਹੈ ਤਾਂ ਸੱਚੇ ਪਾਸੇ ਤੁਰ ਲਓ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਦਿਨ ਰਾਤ ਹਰ ਵੇਲੇ ਰੱਬੀ ਗੁਣਾਂ ਨੂੰ ਆਪਣੀ ਸੋਚ ਦੇ ਅੰਦਰ ਵਸਾਇਆ, ਕੋਈ ਸ਼ੱਕ ਨਹੀਂ ਉਹ ਰੱਬ ਦੇ ਅੰਦਰ ਸਮਾ ਕੇ ਰੱਬ ਵਰਗੇ ਹੋ ਗਏ। ਵੱਡ ਭਾਗੀ ਸੰਗਤ ਮਿਲੇ ਗੁਰ ਸਤਗੁਰ ਪੂਰਾ ਬੋਲ। ਬੋਲ ਦਾ ਮਤਲਬ ਹੈ ਉਪਦੇਸ਼। ਪੂਰਾ ਬੋਲ ਦਾ ਮਤਲਬ ਪੂਰਾ ਉਪਦੇਸ਼, ਜਿਹਦੇ ਅੰਦਰ ਕੋਈ ਊਨਤਾ ਹੀ ਨਹੀਂ ਹੈ। ਐਸਾ ਗਿਆਨ ਜੋ ਮੁਕੰਮਲ ਹੈ, ਜੋ ਯੂਨੀਵਰਸਲ ਟਰੁੱਥ ਹੈ। ਵੱਡੇ ਭਾਗਾਂ ਨਾਲ ਮਨੁੱਖ ਨੂੰ ਗੁਰੂ ਦੀ ਸੰਗਤ ਮਿਲਦੀ ਹੈ। ਵੱਡੇ ਭਾਗਾਂ ਨਾਲ ਮਨੁੱਖ ਗੁਰੂ ਦੀ ਸੰਗਤ ਵਿੱਚ ਮਿਲਦਾ ਹੈ। ਤੇ ਸੰਗਤ ਵਿੱਚੋਂ ਉਸ ਬੰਦੇ ਨੂੰ ਕੀ ਮਿਲਦਾ ਹੈ? ਗੁਰ ਸਤਗੁਰ ਪੂਰਾ ਬੋਲ ਦਾ ਮਤਲਬ ਗੁਰੂ ਦਾ ਪੂਰਨ ਉਪਦੇਸ਼। ਜਿਸ ਉਪਦੇਸ਼ ਰਾਹੀਂ ਬੰਦਾ ਇਨਸਾਨੀਅਤ ਵਾਲੀ ਜ਼ਿੰਦਗੀ ਜਿੰਦਾ ਹੈ, ਔਰ ਜਿਸ ਉਪਦੇਸ਼ ਰਾਹੀਂ ਬੰਦਾ ਰੱਬ ਵਿੱਚ ਮਿਲ ਕੇ ਰੱਬ ਦਾ ਰੂਪ ਹੋ ਜਾਂਦਾ ਹੈ, ਉਹ ਪੂਰਾ ਉਪਦੇਸ਼ ਗੁਰੂ ਦੀ ਸੰਗਤ ਵਿੱਚੋਂ ਮਿਲਦਾ ਹੈ, ਗੁਰੂ ਦੀ ਸ਼ਰਨ ਵਿੱਚੋਂ ਮਿਲਦਾ ਹੈ। ਦੇਖੋ ਕਿੰਨਾ ਵੱਡਾ ਉਪਦੇਸ਼ ਹੈ ਗੁਰਬਾਣੀ ਦੇ ਅੰਦਰ। ਜੇ ਹੁਣ ਗੁਰੂ ਦੀ ਪਾਵਨ ਬਾਣੀ ਨੂੰ ਅਸੀਂ ਆਪ ਪੜ੍ਹੀਏ, ਗੁਰਬਾਣੀ ਦੀ ਵਿਚਾਰ ਕਰੀਏ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੀਏ, ਤਾਂ ਉਪਦੇਸ਼ ਤਾਂ ਸਾਨੂੰ ਮਿਲ ਰਿਹਾ ਹੈ। ਤਾਂ ਅਖੀਰਲਾ ਬਚਨ ਕਰ ਰਹੇ ਨੇ, ਸਭ ਧਿਆਵਹੁ ਨਰ ਨਾਰਾਇਣੋ ਨਾਰਾਇਣੋ ਜਿਤ ਚੂਕਾ ਜਮ ਝਗੜ ਝਗੋਲ। ਝਗੜ ਝਗੋਲ ਦਾ ਮਤਲਬ ਝਗੜਾ ਰਗੜਾ। ਜਿੰਨੇ ਵੀ ਲੜਾਈਆਂ ਦੰਗੇ ਫਸਾਦ ਨੇ, ਵਾਦ ਵਿਵਾਦ ਨੇ, ਇਹ ਚੂਕਾ ਦਾ ਮਤਲਬ ਖਤਮ ਹੋ ਗਿਆ। ਨਾਰਾਇਣ ਸ਼ਬਦ ਦੋ ਸ਼ਬਦਾਂ ਤੋਂ ਬਣਿਆ ਹੈ, ਨਾਰ ਪਲਸ ਆਇਣ। ਆਇਣ ਦਾ ਮਤਲਬ ਹੁੰਦਾ ਹੈ ਘਰ, ਤੇ ਨਾਰ ਦਾ ਮਤਲਬ ਪਾਣੀ। ਨਾਰਾਇਣ ਦਾ ਮਤਲਬ ਜਿਸ ਦਾ ਪਾਣੀ ਵਿੱਚ ਵੀ ਨਿਵਾਸ ਹੈ। ਗੁਰਬਾਣੀ ਵਿੱਚ ਸ਼ਬਦ ਹੈ ਨਾਰਾਇਣ ਸਭ ਮਾਹੇ ਨਿਵਾਸ, ਕਿ ਨਾਰਾਇਣ ਉਹ ਹੈ ਜਿਹਦਾ ਸਾਰਿਆਂ ਵਿੱਚ ਨਿਵਾਸ ਹੈ, ਸਰਬ ਵਿਆਪਕ ਪ੍ਰਭੂ। ਤਾਂ ਸਭ ਧਿਆਵਹੁ ਨਰ ਨਾਰਾਇਣੋ ਨਾਰਾਇਣੋ ਜਿਤ ਚੂਕਾ ਜਮ ਝਗੜ ਝਗੋਲ। ਤਾਂ ਗੁਰੂ ਜੀ ਕਹਿੰਦੇ ਨੇ ਗੁਰੂ ਦੀ ਸੰਗਤ ਵਿੱਚ ਮਿਲ ਕੇ ਸਾਰੇ ਹੀ ਪ੍ਰਭੂ ਦੇ ਗੁਣਾਂ ਦਾ ਧਿਆਨ ਧਰੋ, ਜਿਸ ਦੀ ਬਰਕਤ ਦੇ ਨਾਲ ਜਮ ਦਾ ਰਗੜਾ ਝਗੜਾ ਮੁੱਕ ਜਾਂਦਾ ਹੈ। ਜਮ ਦਾ ਮਤਲਬ ਆਤਮਿਕ ਮੌਤ, ਇਨਸਾਨੀਅਤ ਦੀ ਮੌਤ। ਆਤਮਿਕ ਮੌਤ ਦਾ ਰਗੜਾ ਝਗੜਾ ਹੀ ਮੁੱਕ ਜਾਂਦਾ ਹੈ। ਤੇ ਆਤਮਿਕ ਮੌਤ ਤੇ ਮਰਿਆ ਬੰਦਾ ਕੌਣ ਹੈ, ਤੇ ਆਤਮਿਕ ਜੀਵਨ ਜੀਣ ਵਾਲਾ ਬੰਦਾ ਕੌਣ ਹੈ? ਆਪਾਂ ਬਹੁਤ ਵਾਰ ਵਿਚਾਰ ਕਰ ਚੁੱਕੇ ਹਾਂ। ਜੋ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ, ਉਹ ਆਤਮਿਕ ਮੌਤ ਤੇ ਮਰਿਆ ਹੋਇਆ ਹੈ। ਜੋ ਅੰਦਰੋਂ ਬਾਹਰੋਂ ਸੱਚ ਨਾਲ ਜੁੜਿਆ ਹੈ, ਉਹ ਆਤਮਿਕ ਜ਼ਿੰਦਗੀ ਜੀ ਰਿਹਾ ਹੈ। ਸਪੋਜ਼ ਜਿਵੇਂ ਮੈਂ ਤੁਹਾਡੇ ਨਾਲ ਇਹ ਵਿਚਾਰਾਂ ਕਰ ਰਿਹਾ, ਤੇ ਜੇ ਮੇਰੇ ਤੋਂ ਮੈਂ ਆਪਣੇ ਆਪ ਤੋਂ ਪੁੱਛਾਂ, ਜਾਂ ਕੋਈ ਮੇਰੇ ਤੋਂ ਪੁੱਛੇ ਵੀ ਭਾਈ ਮੋਹਰ ਸਿਆਂ ਜੋ ਇਹ ਬੇਨਤੀਆਂ ਤੂੰ ਸੰਗਤਾਂ ਨੂੰ ਕਰ ਰਿਹਾ ਹੈ, ਕਿ ਆਪ ਇਹਨਾਂ ਤੇ ਅਮਲ ਕਰਦਾ ਹੈ? ਜੇ ਮੇਰੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਹਾਂ ਆਪ ਮੈਂ ਐਸੀ ਜ਼ਿੰਦਗੀ ਜੀ ਰਿਹਾ, ਤਾਂ ਫਿਰ ਤਾਂ ਮੈਂ ਆਤਮਿਕ ਜੀਵਨ ਜੀ ਰਿਹਾ। ਤੇ ਜੇ ਅੰਦਰੋਂ ਆਵਾਜ਼ ਆ ਜਾਏ ਕਿ ਮੈਂ ਇਹੋ ਜਿਹਾ ਹੈ ਤੇ ਨਹੀਂ, ਤਾਂ ਫਿਰ ਇਹਦਾ ਮਤਲਬ ਮੈਂ ਆਤਮਿਕ ਮੌਤ ਤੇ ਮਰਿਆ ਹੋਇਆ ਹਾਂ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਜੋ ਵੀ ਇਨਸਾਨ ਗੁਰੂ ਦੀ ਸੰਗਤ ਵਿੱਚ ਮਿਲ ਕੇ ਪ੍ਰਭੂ ਦੇ ਗੁਣਾਂ ਦੇ ਨਾਲ ਜੁੜਦਾ ਹੈ, ਉਹ ਆਤਮਿਕ ਜੀਵਨ ਜੀਂਦਾ ਹੈ। ਉਹਦਾ ਆਤਮਿਕ ਮੌਤ ਵਾਲੇ ਉਹਦੇ ਰਗੜੇ ਝਗੜੇ ਮੁੱਕ ਜਾਂਦੇ ਨੇ। ਇਸ ਲਈ हे ਭਾਈ, ਤੁਸੀਂ ਸਾਰੇ ਹੀ ਗੁਰੂ ਦੀ ਸੰਗਤ ਦੇ ਅੰਦਰ ਮਿਲੋ। ਗੁਰੂ ਦੀ ਸੰਗਤ ਦੇ ਅੰਦਰ ਮਿਲ ਕੇ ਰੱਬੀ ਗੁਣਾਂ ਦੇ ਧਾਰਨੀ ਹੋਵੋ,
ਜਿਸ ਕਰਕੇ ਆਤਮਕ ਮੌਤ ਦੇ ਸਾਰੇ ਜੋ ਰਗੜੇ ਝਗੜੇ ਨੇ ਉਹ ਖਤਮ ਹੋ ਜਾਂਦੇ ਨੇ। ਉਹਨਾਂ ਰਗੜਿਆਂ ਝਗੜਿਆਂ ਨੂੰ ਜ਼ਿੰਦਗੀ ਦੇ ਅੰਦਰੋਂ ਖਤਮ ਕਰੋ। ਤਾਂ ਅੱਜ ਦੀ ਜੋ ਵਿਚਾਰ ਹੈ ਉਹ ਅਸੀਂ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਨੇ ਕੋਈ ਛੋਟਾ ਮੋਟਾ ਸਵਾਲ ਕਰਨਾ ਹੈ ਤਾਂ ਉਹ ਸਵਾਲ ਕਰ ਸਕਦੇ ਹੋ। ਜੇ ਕਿਸੇ ਵੀਰ ਭੈਣ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਉਹ ਆਪਣੇ ਵਿਊਜ਼ ਦੇ ਸਕਦੇ ਹੋ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।